ਕਈ ਮਾਮਲੇ ਇੰਨੇ ਫਸ ਜਾਂਦੇ ਆ ਕਿ ਉਹਨਾਂ ਚੋਂ ਨਿਕਲਣਾ ਬੜਾ ਔਖਾ ਹੋ ਜਾਂਦਾ। ਦੂਜੇ ਸ਼ਬਦਾਂ ਦੇ ਵਿੱਚ ਗਲੇ ਦੀ ਹੱਡੀ ਬਣ ਜਾਂਦੇ ਆ। ਸਰਕਾਰ ਲਈ ਪੰਚਾਇਤਾਂ ਭੰਗ ਕਰਨ ਦਾ ਮਾਮਲਾ ਵੀ ਗਲੇ ਦੀ ਹੱਡੀ ਬਣਦਾ ਜਾ ਰਿਹਾ। ਪਹਿਲਾਂ ਤਾਂ ਇਹ ਦੋਸ਼ ਪ੍ਰਤੀ ਦੋਸ਼ ਸਨ, ਪਰ ਕੱਲ ਸ਼ਾਮ ਨੂੰ ਤੇ ਅੱਜ ਸਵੇਰੇ ਜਿਹੜੀ ਪ੍ਰਕਾਸ਼ਿਤ ਹੋਈ ਹੈ ਇੱਕ ਵੱਡੀ ਅਖਬਾਰ ਅੰਗਰੇਜ਼ੀ ਦੀ ਚੰਡੀਗੜ੍ਹ ਤੋਂ, ਉਹਦੇ ਵਿੱਚ ਇਹ ਤੱਥ ਐਸਟੈਬਲਿਸ਼ ਕਰਤੇ ਗਏ ਨੇ ਕਿ ਮੰਤਰੀ ਪੰਚਾਇਤਾਂ ਦਾ ਹਰ ਮੋੜ ਤੇ ਹਰ ਮਰਹਲੇ ਤੇ ਮੌਜੂਦ ਸੀ ਫੈਸਲਾ ਲੈਣ ਮੌਕੇ। ਸੀਐਮਓ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਔਰ ਪੂਰੇ ਦਾ ਪੂਰਾ ਸਿਆਸੀ ਤੰਤਰ ਘੇਰੇ 'ਚ ਲਿਆਂਦਾ ਗਿਆ। ਇਹਦੇ ਉੱਤੇ ਗੱਲ ਅੱਗੇ ਵਧਾਉਣੀ ਜਾਇਜ਼ ਰਹੂਗੀ। ਅਸੀਂ ਯਤਨ ਕੀਤਾ ਹੈ ਕਿ ਪੰਚਾਇਤ ਵਿਭਾਗ ਔਰ ਸੀਐਮਓ ਦੇ ਵਿੱਚੋਂ ਕੁਝ ਝਾਕ ਕੇ ਦੇਖਣ ਦਾ ਤੁਹਾਡੇ ਨਾਲ ਇਹਦੀ ਸਾਂਝ ਪਾਉਂਦੇ ਆ ਕਿ ਦਰਅਸਲ ਕੀ ਇਹ ਤੱਥ ਮੇਲ ਖਾਂਦੇ ਨੇ ਕਿ ਨਹੀਂ। ਦੂਜਾ ਮਾਮਲਾ, ਕੱਲ ਮੁੱਖ ਮੰਤਰੀ ਨੇ ਪਟਵਾਰੀਆਂ ਦੇ ਮਾਮਲੇ 'ਚ ਕਾਫੀ ਸਖਤ ਫੈਸਲਾ ਲਿਆ। ਪਟਵਾਰੀ ਜਿਹੜੇ ਸਰਕਲ ਖਾਲੀ ਕਰ ਗਏ ਸੀ, ਵਾਧੂ ਚਾਰਜ ਛੱਡ ਗਏ ਸੀ, ਉਹਨਾਂ ਦੇ ਉੱਤੇ ਬੰਦੇ ਲਾਤੇ ਗਏ ਨੇ। ਹੁਣ ਉਹ ਕਿਹੜੇ ਬੰਦੇ ਲਾਏ ਨੇ, ਉਹਨਾਂ ਨੂੰ ਕਿੰਨੇ ਕਿੰਨੇ ਸਰਕਲ ਦਿੱਤੇ ਗਏ ਨੇ। ਸੋ ਇਹ ਲੜਾਈ ਵੱਡੀ ਹੋਊਗੀ ਜਾਂ ਨਿਪਟਾ ਲਈ ਜਾਊਗੀ। ਬਾਇਓਮੈਟ੍ਰਿਕ ਵਾਵਾ ਵੱਡਾ ਮਾਮਲਾ ਹੁੰਦਾ, ਅੰਗੂਠੇ ਨਾਲ ਹਾਜ਼ਰੀ ਲਾਉਣੀ। ਪਟਵਾਰੀ ਕਿੱਥੇ ਮਿਲਦੇ ਕਿੱਥੇ ਬਹਿੰਦੇ ਹੁੰਦੇ, ਹੁਣ ਪਤਾ ਲੱਗੂ ਕਿਸ ਭਾ ਪੈਂਦੀ ਹੈ, ਕਿਸੇ ਵੇਲੇ ਉਲਟੀ ਵੀ ਪੈ ਜਾਂਦੀ ਹੈ। ਖੈਰ, ਮੁੱਖ ਮੰਤਰੀ ਕੱਲ ਇੰਟਰਵਿਊ ਦਿੰਦੇ ਆ ਜਾਗਰਣ ਸਮੂਹ ਨੂੰ, ਉਹਦੇ ਵਿੱਚ ਉਹ ਇੱਕ ਨੁਕਤਾ ਅਹਿਮ ਉਠਾ ਦਿੰਦੇ ਆ। ਉਹ ਨੁਕਤਾ ਪੰਜਾਬ ਦੇ ਇੰਟੈਲੈਕਚੁਅਲਸ ਨਾਲ ਜੁੜਿਆ। ਉਹ ਕਹਿੰਦੇ ਵਿਚਾਰ ਕਰ ਰਹੇ ਆ ਕਿ ਵਿਧਾਨ ਪ੍ਰੀਸ਼ਦ ਨੂੰ ਮੁੜ ਕੇ ਸਥਾਪਿਤ ਕਰ ਲਿਆ ਜਾਵੇ, ਮੁੜ ਸੁਰਜੀਤ ਕਰ ਲਿਆ ਜਾਵੇ, ਸਿਆਣੇ ਬੰਦੇ ਵਿਧਾਨ ਸਭਾ 'ਚ ਬਿਠਾਈਏ, ਬਹਿਸਾਂ ਵਧੀਆ ਹੋਇਆ ਕਰਨਗੀਆਂ। ਪਰ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਸੱਦਿਆ ਵੀ ਕਰੋ ਨਾ, ਬਹਿਸ ਤਾਂ ਹੋਇਆ ਕਰੂ ਜੇ ਬੈਠਣ ਦਾ ਮੌਕਾ ਦਿਓਗੇ। ਖੈਰ, ਉਹ ਗੱਠਜੋੜ ਦੇ ਉੱਤੇ ਵੀ ਬੜੇ ਸਾਫ਼ ਨੇ। ਉਹ ਦੇਸ਼ ਤੇ ਹਿੱਤਾਂ ਤੋਂ ਆਪਣੇ ਹਿੱਤ ਵਾਰਦੇ ਨਜ਼ਰ ਆਉਂਦੇ ਆ। ਪਰ ਸਾਡੇ ਕੋਲ ਕਨਸੋ ਆ ਵੀ ਉਹਨਾਂ ਸੁਪਰੀਮਾਂ ਨੂੰ ਕਿਹਾ ਸੀ ਮੌਕਾ ਬੜਾ ਵਧੀਆ, ਅਸੀਂ 13 ਦੇ ਵਿੱਚੋਂ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਲਿਆ ਸਕਦੇ ਆ। ਜੇ ਗੱਠਜੋੜ ਤੋਂ ਬਚਿਆ ਜਾਵੇ, ਪੰਜਾਬ 'ਚ ਸੀਟਾਂ ਦੀ ਵੰਡ ਨਾ ਕੀਤੀ ਜਾਵੇ, ਵਧੀਆ ਰਹੂਗਾ। ਪਰ ਖੈਰ, ਉੱਪਰੋਂ ਕੁਝ ਹੋਰ ਕਹਿ ਰਹੇ ਨੇ। ਇੰਡੀਆ ਗੱਠਜੋੜ INDIA ਵਿੱਚ ਤਰੇੜਾ ਨੇ, ਬੰਗਾਲ 'ਚ ਸਿਆਪਾ ਪਿਆ, ਇੱਕ ਦੋ ਥਾਵਾਂ ਤੇ ਹੋਰ ਪੰਗੇਬਾਜ਼ੀ ਆ। ਮਾਮਲਾ ਇਹੀ ਆ ਕਿ ਤੁਸੀਂ ਤਵੱਜੋ ਫਲਾਣੇ ਨੂੰ ਵੱਧ ਕਿਉਂ ਦਿੰਦੇ ਹੋ, ਫਲਾਣੇ ਨੂੰ ਵੱਧ ਕਿਉਂ ਦਿੰਦੇ ਹੋ। ਕੱਲ ਵੀ ਗੱਲ ਕੀਤੀ ਸੀ, ਰਾਘਵ ਚੱਡਾ ਦੀ ਕਾਫੀ ਐਲੀਵੇਸ਼ਨ ਹੋਈ ਹੈ, ਇਹ ਵੀ ਇੱਥੇ ਵੀ ਜਾਂਦੇ ਆ। ਸੋ ਆਪਾਂ ਅੱਗੇ ਚੱਲਦੇ ਆ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਤੇ, ਤੇ ਜਿਹਦੇ ਉੱਤੇ ਕਾਫੀ ਫੈਸਲਾ ਹੋਇਆ। ਕਮੇਟੀਆਂ ਦੇ ਵਿੱਚ ਕਾਫੀ ਲੋਕ ਸ਼ਾਮਲ ਕੀਤੇ ਗਏ ਨੇ। ਕਾਂਗਰਸ ਦੇ ਨੁਮਾਇੰਦੇ ਅਧੀਰ ਰੰਜਨ ਚੌਧਰੀ ਨੇ ਪਿਸ਼ਾਬ ਪਰਤਣ ਦਾ ਫੈਸਲਾ ਕਰ ਲਿਆ। ਖੈਰ, ਇਹਦੇ ਉੱਤੇ ਤੁਰੰਤ ਪ੍ਰਭਾਵ ਨਾਲ ਕੀ ਹੋਣ ਲੱਗਿਆ, ਇਹ ਵੀ ਗੱਲ ਕਰਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਜਦੋਂ ਇਹ ਤੱਥ ਐਸਟੈਬਲਿਸ਼ ਕਰਨ ਦਾ ਯਤਨ ਹੋ ਰਿਹਾ ਕਿ ਅਧਿਕਾਰੀ IAS ਅਧਿਕਾਰੀ, ਇੱਕ ਐਡੀਸ਼ਨਲ ਚੀਫ ਸੈਕਟਰੀ ਪੱਧਰ ਦਾ, ਦੂਜਾ ਸੀਨੀਅਰ ਅਧਿਕਾਰੀ, ਦੋਨਾਂ ਦੀ ਸਸਪੈਂਸ਼ਨ ਗਲਤ ਹੈ, ਫੈਸਲਾ ਸਿਆਸੀ ਹੈ, ਸਿਆਸੀ ਫੈਸਲੇ ਦੇ ਵਿੱਚ ਇਹ ਲੋਕ ਸਿਰਫ ਵਾਹਕ ਬਣਿਆ, ਇਹ ਐਸਟੈਬਲਿਸ਼ ਹੋਣ ਦਾ ਯਤਨ ਹੋ ਰਿਹਾ ਕਿ CMO ਦੇ ਵਿੱਚ ਬੈਠੇ ਅਧਿਕਾਰੀ, ਜਿਨ੍ਹਾਂ 'ਚ ਰਵੀ ਭਗਤ ਦਾ ਜ਼ਿਕਰ ਕੀਤਾ ਗਿਆ, ਕੁਮਾਰ ਅਹਿਮਦ ਦਾ ਜ਼ਿਕਰ ਕੀਤਾ ਗਿਆ, ਕਿ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ। ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਪੰਚਾਇਤ ਮੰਤਰੀ ਹਰ ਮੌਕੇ ਤੇ ਫੈਸਲਾ ਲੈਣ ਵੇਲੇ ਮੌਜੂਦ ਸੀਗੇ, ਉਹਨਾਂ ਨੂੰ ਕਿਉਂ ਛੱਡਿਆ ਗਿਆ। ਇਹ ਸਾਰੀ ਬਹਿਸ ਨੂੰ ਕਿਵੇਂ ਅੱਗੇ ਵਧਾਓਗੇ? ਤੁਸੀਂ ਜਿਹੜਾ CMO ਦੇ ਵਿੱਚ ਝਾਕ ਕੇ ਦੇਖਿਆ, ਤੁਸੀਂ ਜਿਹੜਾ ਪੰਚਾਇਤ ਵਿਭਾਗ ਦੇ ਵਿੱਚੋਂ ਤੱਥ ਇਕੱਤਰ ਕਰਨ ਦੇ ਯਤਨ ਕੀਤੇ ਆ, ਸੱਚ ਕੀ ਆ? ਦਰਅਸਲ ਹੈ ਤਾਂ ਸਿਆਸੀ ਫੈਸਲਾ, ਔਰ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਇਦਾਂ ਬਣਾਉਣਾ ਇਹ ਵੀ ਕਾਫੀ ਚੁਭਦਾ ਹੈ। ਇਹਨਾਂ ਦੇ ਤਬਾਦਲੇ ਕੀਤੇ ਜਾ ਸਕਦੇ ਸੀ ਜਾਂ ਹੋਰ ਵੀ ਕੁਝ ਹੋ ਸਕਦਾ ਸੀ, ਲੇਕਿਨ ਕਾਲੀ ਦੇ ਵਿੱਚ ਜੋ ਕੁਝ ਵਾਪਰਿਆ, ਇੱਕ ਟੋਏ ਚੋਂ ਨਿਕਲ ਕੇ ਦੂਜੇ ਟੋਏ 'ਚ, ਦੂਜੇ ਜੋ ਤੀਜੇ 'ਚ, ਇਹ ਰਵਾਇਤ ਜੀ ਬਣ ਗਈ ਆ। ਸੋ ਗੱਲ ਤੋਰੋ ਕਿ ਦਰਅਸਲ ਇਹ ਹੁਣ ਤੱਥ ਐਕਚੁਅਲੀ ਐਸਟੈਬਲਿਸ਼ ਕੀ ਹੋ ਰਿਹਾ ਕਿ ਕਿੱਥੇ ਸਭ ਤੋਂ ਵੱਡੀ ਗਲਤੀ ਸੀ, ਬਲੰਡਰ ਕਿੱਥੇ ਆ? ਰੰਧਾਵਾ ਸਾਹਿਬ, ਇਹ ਪੰਚਾਇਤਾਂ ਨੂੰ ਭੰਗ ਕਰਨ ਦੇ ਮਾਮਲੇ 'ਚ ਮੁੱਖ ਮੰਤਰੀ ਜਦੋਂ 11 ਵਜੇ ਦੇ ਕਰੀਬ ਇਹ ਆਇਆ ਕਿ ਫੈਸਲਾ ਲੈ ਲਿਆ ਔਰ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ, ਮੁੱਖ ਮੰਤਰੀ ਨੇ ਸ਼ਾਮ ਨੂੰ 6 ਵਜੇ ਇਹ ਫੈਸਲਾ ਕਰਤਾ ਕਿ 2 ਅਧਿਕਾਰੀ ਨਿਲੰਬਿਤ। ਹੁਣ ਇੱਕ ਤਾਂ ਸਭ ਤੋਂ ਵੱਡਾ ਸਵਾਲ ਇਹਦੇ 'ਚ ਇਹ ਹੈ ਕਿ ਇਹ ਸਾਰੇ 6-7 ਘੰਟਿਆਂ ਦੇ ਵਿੱਚ ਕੀ ਕੋਈ ਜਾਂਚ ਹੋਈ? ਕੀ ਇਹ ਪਤਾ ਲੱਗਿਆ ਕਿ ਇਹੀ ਅਧਿਕਾਰੀ ਸ਼ਾਮਲ ਨੇ? ਯਾਨੀ ਅਗਰ ਮੁੱਖ ਮੰਤਰੀ ਦੇ ਤੁਸੀਂ ਉਹਨੂੰ ਦੇਖੋ ਐਕਸ਼ਨ ਨੂੰ, ਤਾਂ ਕਲੀਅਰ ਹੈ ਕਿ ਮੁੱਖ ਮੰਤਰੀ ਨੇ ਤਾਂ ਇਹਨਾਂ ਦੋਨਾਂ ਅਫਸਰਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਫਿਕਸ ਕਰਤੀ ਹੈ। ਹੁਣ ਅੱਗੇ ਜਿਹੜੀ ਅੱਜ ਚੀਜ਼ਾਂ ਡਿਵੈਲਪਮੈਂਟ ਅੱਜ ਦੀਆਂ ਆਈਆਂ ਨੇ, ਉਹਦੇ ਵਿੱਚ ਹੋਰ ਵੀ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਜਿਵੇਂ ਇੱਕ ਵੱਡੀ ਅੰਗਰੇਜ਼ੀ ਦੇ ਅਖਬਾਰ ਨੇ ਕਿਹਾ ਕਿ CMO ਦੇ ਅਧਿਕਾਰੀ ਵੀ ਜਿਹੜੇ ਹੈਗੇ ਆ ਉਹ ਜ਼ਿੰਮੇਵਾਰ ਹੈ। ਅਸੀਂ ਵੀ 2-3 ਦਿਨ ਤੋਂ ਇਹ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੱਥੇ ਇਹ ਗਲਤੀ ਹੋਈ ਹੈ। ਖਾਸ ਤੌਰ ਤੇ ਉਦੋਂ ਜਦੋਂ ਇਹ ਨੋਟਿੰਗ ਆਈ ਹੈ, ਉਸ ਤੋਂ ਬਾਅਦ ਤੋਂ ਲੱਗ ਰਿਹਾ ਕਿ
ਗਲਤੀ ਹੋਈ ਕਿਸ ਪੱਧਰ ਤੇ ਹੈ। ਤਾਂ ਉਦੋਂ ਇਹ ਪਤਾ ਕਰਨ ਦਾ ਜਦੋਂ ਯਤਨ ਕੀਤਾ ਤਾਂ ਇਹ ਆਇਆ ਕਿ 26 ਤਰੀਕ ਤੋਂ ਫਾਈਲ ਚੱਲ ਰਹੀ ਹੈ, 26 ਜੁਲਾਈ ਤੋਂ। ਉਦੋਂ ਤੱਕ ਇਹ ਵੇਣੂ ਪ੍ਰਸਾਦ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦਫ਼ਤਰ 'ਚ ਐਡੀਸ਼ਨਲ ਚੀਫ ਸੈਕਟਰੀ ਸੀਗੇ ਤੇ ਉਹਨਾਂ ਕੋਲ ਇਹ ਮਹਿਕਮਾ ਸੀ। ਯਾਨੀ ਕਿ ਅਗਰ ਮੁੱਖ ਮੰਤਰੀ ਔਰ ਡਿਪਾਰਟਮੈਂਟ ਦੇ ਵਿੱਚ ਕੋਈ ਬੰਦਾ ਹੋਰ ਵੀ ਵਿੱਚ ਹੈਗਾ ਤਾਂ ਐਡੀਸ਼ਨਲ ਚੀਫ ਸੈਕਟਰੀ ਇਹ ਵੇਣੂ ਪ੍ਰਸਾਦ ਹੈਗੇ ਸੀ। ਹੁਣ ਸੀਗਾ ਕਿ ਜਦੋਂ ਤੱਕ ਸਾਰੀ ਫਾਈਲ ਉੱਪਰ ਤੱਕ ਆਈ ਹੈ ਉਦੋਂ ਸਾਰੀ ਦੀ ਸਾਰੀ ਫਾਈਲ ਦੇ ਉੱਤੇ ਕਿਤੇ ਵੀ ਇਹ ਜੋ ਮਤਲਬ ਕਿਹਾ ਜਾ ਰਿਹਾ ਹੈ ਕਿ ਇੱਕਦਮ ਸਮੂਥਲੀ ਆਈ ਹੈ, ਕੋਈ ਦਿੱਕਤ ਨਹੀਂ ਆਈ। ਜੋ ਮਿਨਿਸਟਰ ਸੀਐਮਓ ਦੇ ਜਿਹੜੇ ਆਫੀਸਰਸ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ, ਜਿਹੜੇ ਚੀਫ ਸੈਕਟਰੀ ਆਫਿਸ ਹੈ ਉਹਨਾਂ ਨਾਲ ਵੀ ਗੱਲ ਕੀਤੀ ਹੈ, ਡਿਪਾਰਟਮੈਂਟ ਦੇ ਬੰਦਿਆਂ ਨਾਲ ਵੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੇਖੋ ਕਿਤੇ ਵੀ ਅਸੀਂ ਇਹ ਪਹਿਲਾਂ ਕਰਦੇ ਰਹੇ ਹਾਂ, ਐ ਨਹੀਂ ਹੈ ਕਿ ਅਸੀਂ ਪਹਿਲੀ ਵਾਰ ਕੀਤਾ ਹੈ। ਪਿਛਲੇ ਇਲੈਕਸ਼ਨ 'ਚ ਵੀ ਜਿਹੜੇ 2018 'ਚ ਹੋਇਆ ਉਦੋਂ ਤਾਂ ਚੀਫ ਸੈਕਟਰੀ ਜਿਹੜੇ ਹੁਣ ਦੇ ਨੇ ਉਹੀ ਰੂਰਲ ਡਿਵੈਲਪਮੈਂਟ ਸੈਕਟਰੀ ਸੀਗੇ। ਮੈਂ ਉਹਨਾਂ ਨੂੰ ਕਿਹਾ ਵੀ ਸੀ, ਮੈਂ ਕਿਹਾ ਤੁਸੀਂ ਖੁਦ ਵੀ ਇਹ ਕੀਤਾ ਹੈਗਾ ਉਦੋਂ? ਉਹ ਕਹਿੰਦੇ ਹਾਂ, ਪਰ ਅਸੀਂ ਉਦੋਂ 1 ਮਹੀਨਾ ਪਹਿਲਾਂ ਕੀਤਾ ਸੀਗਾ, ਬਹੁਤ ਪਹਿਲਾਂ ਨਹੀਂ ਕੀਤਾ। ਇਸ ਵਾਰੀ ਥੋੜਾ ਇਸ ਕਰਕੇ ਹੋ ਗਿਆ ਕਿ 6 ਮਹੀਨੇ ਪਹਿਲਾਂ ਕਰਤਾ। ਦੂਜਾ, ਕਦੀ ਅੱਜ ਤੱਕ ਕੋਈ ਗਿਆ ਨਹੀਂ ਮਤਲਬ ਕੋਰਟ ਦੇ ਵਿੱਚ, ਪਹਿਲੀ ਵਾਰ ਸੀਗਾ ਕਿ ਕੋਰਟ ਦੇ ਵਿੱਚ ਵੀ ਚਲੇ ਗਏ। ਪਰ ਇੱਥੇ ਦਿੱਕਤ ਇਹ ਆ ਰਹੀ ਹੈ ਹੁਣ ਕਿ ਫਾਈਲ ਜਿਹੜੇ ਸੀਐਮਓ ਦੇ ਸੋਰਸਸ ਨੇ ਉਹ ਕਹਿ ਰਹੇ ਆ ਕਿ ਫਾਈਲ ਜਦੋਂ ਬਿਲਕੁਲ ਸਮੂਥਲੀ ਆ ਰਹੀ ਹੈ, ਕੋਈ ਕਿਸੇ ਤੇ ਇੱਕ ਬੰਦਾ ਵੀ ਕੋਈ ਟਿੱਪਣੀ ਨਹੀਂ ਕਰ ਰਿਹਾ ਉਲਟੀ ਜਾਂ ਆਪਣਾ ਡਾਈਸੈਂਟ ਨੋਟ ਨਹੀਂ ਲਿਖ ਰਿਹਾ, ਤਾਂ ਫਿਰ ਫਾਈਲ ਜਿਹੜੀ ਸੀਐਮ ਤੋਂ ਤਾਂ ਅਸੀਂ ਸਿਰਫ ਜਸਟ ਪਾਸ ਹੀ ਕਰਾਈਏ, ਮਤਲਬ ਕਲੀਅਰ ਕਰਾਈਏ, ਫਾਈਨ ਕਰਾਇਆ, ਉਹ ਤਾਂ ਸਾਡਾ ਕੰਮ ਤਾਂ ਕੋਈ ਜ਼ਿਆਦਾ ਹੈ ਹੀ ਨਹੀਂ ਹੈ। ਸੋ ਹੁਣ ਦਿੱਕਤ ਇਹ ਹੈ ਕਿ ਜ਼ਿੰਮੇਵਾਰ ਕੌਣ, ਅਸਲੀ ਜ਼ਿੰਮੇਵਾਰ ਕੌਣ? ਮੈਨੂੰ ਲੱਗਦਾ ਕਿ ਜਾਂ ਤਾਂ ਇਹਦੇ ਉੱਤੇ ਕੋਈ ਜਾਂਚ ਬਿਠਾਈ ਜਾਏ ਤਾਂ ਇਹ ਜ਼ਿੰਮੇਵਾਰੀ ਫਿਕਸ ਹੋਊਗੀ, ਅਦਰਵਾਈਜ਼ ਮੁੱਖ ਮੰਤਰੀ ਦਾ ਤਾਂ ਜਿਹੜਾ ਇੱਕ ਮੋٹے ਤੌਰ ਤੇ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੀ, ਯਾਨੀ ਡਿਪਾਰਟਮੈਂਟ, ਉਹਦੇ ਡਾਇਰੈਕਟਰ ਔਰ ਸੈਕਟਰੀ ਦੋਨਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਨਿਲੰਬਿਤ ਕਰਤਾ ਹੈ। ਹੁਣ ਦਿੱਕਤ ਇਹ ਹੈ ਕਿ ਕੀ ਇਹ ਨਹੀਂ ਹੁੰਦਾ ਅੱਗੇ ਪਹਿਲਾਂ? ਸੋ ਬਹੁਤ ਸਾਰੇ ਸਵਾਲ ਨੇ। ਇਹਦੇ ਚੰਦਰਪ੍ਰੀਤ ਜੀ 2 ਸਵਾਲ ਕਾਫੀ ਅਹਿਮ ਨੇ। ਪਹਿਲੀ ਗੱਲ ਤਾਂ ਇਹ ਕਿ ਇਹ ਪੋਲੀਟੀਕਲ ਫੈਸਲਾ ਸੀ, ਅਫਸਰਾਂ ਨੂੰ ਤਾਂ ਇਹਦਾ ਕੁਲਾਤ ਨਹੀਂ ਸੀ ਨਾ, ਕਿਸੇ ਨੂੰ ਕੁਝ ਪੈਸੇ ਨਹੀਂ ਸੀ ਮਿਲ ਰਹੇ, ਕਿਸੇ ਨੂੰ ਕੋਈ ਆਪਣਾ ਨਿੱਜੀ ਫਾਇਦਾ ਨਹੀਂ ਸੀ ਹੋ ਰਿਹਾ। ਫੈਸਲਾ ਤਾਂ ਸਿਆਸੀ ਸੀ, ਗਵਰਨਮੈਂਟ ਨੂੰ ਫਾਇਦਾ ਹੋਣਾ ਸੀ, ਆਮ ਆਦਮੀ ਪਾਰਟੀ ਨੂੰ ਇਹਦਾ ਫਾਇਦਾ ਹੋਣਾ ਸੀ। ਇਲੈਕਸ਼ਨ ਪਹਿਲਾਂ ਕਰਾਉਣੀ ਬਾਅਦ ਚ ਕਰਾਉਣੀ ਤਾਂ ਸਰਕਾਰਾਂ ਕਰਦੀਆਂ, ਉਹਨਾਂ ਦੇ ਵਿਵੇਕ ਤੇ ਹੁੰਦਾ ਵੀ ਆਹ ਕਰ ਲਓ ਜੀ, ਠੀਕ ਹੈ। ਦੂਜਾ ਸਵਾਲ ਇਹ ਆ, ਜੇ ਇਹ ਪੋਲੀਟੀਕਲ ਫੈਸਲਾ ਸੀ ਤੇ ਪੋਲੀਟੀਕਲ ਫੈਸਲਾ ਬਿਗ ਬੌਸ ਨੇ ਲਿਆ ਸੀ ਕਿ ਹੋਰ ਬਿਗ ਬੌਸ ਨੇ ਲਿਆ ਸੀ? ਫਿਰ ਜਿਹੜਾ ਮੰਤਰੀ ਸੀ, ਜਿਹੜਾ ਜਿਵੇਂ ਅਖਬਾਰ ਐਸਟੈਬਲਿਸ਼ ਕਰ ਰਹੀ ਹੈ, ਪੱਤਰਕਾਰ ਐਸਟੈਬਲਿਸ਼ ਕਰ ਰਿਹਾ ਕਿ ਮੰਤਰੀ ਹਰ ਪੱਧਰ ਤੇ ਫੈਸਲੇ ਤੇ ਮੌਜੂਦ ਸੀ, ਮੌਕੇ ਤੇ ਸੀ। ਇਹਦਾ ਮਤਲਬ ਹੈ ਕਿ ਫੈਸਲਾ ਸਿਆਸੀ ਹੋ ਰਿਹਾ ਸੀ, ਹੱਥੋਂ ਹੱਥੀ ਹੋ ਰਿਹਾ ਸੀਗਾ, ਹੱਥੋਂ ਹੱਥੀ ਮੁੱਖ ਮੰਤਰੀ ਤੋਂ ਫਾਈਲ ਨਿਕਲੀ। ਲੇਕਿਨ ਇਹਦੇ ਵਿਚਲਾ ਕੀ ਹੈ ਮਾਮਲਾ ਕਿ ਇਹਨੂੰ ਟੈਕਨੀਕਲੀ ਦੇਖਣਾ ਕਿਨੇ ਸੀ, ਟੈਕਨੀਕੈਲਿਟੀਜ਼ ਇਹਦੀਆਂ ਕਿੰਨੇ ਦੇਖਣੀਆਂ ਸੀ, ਇਹਦਾ ਲੀਗਲ ਪੱਖ ਕਿੰਨੇ ਦੇਖਣਾ ਸੀ, ਉਹ ਦੇਖਣਾ ਸੀ ਵਿਭਾਗਾਂ ਨੇ, ਵਿਭਾਗਾਂ ਦੇ ਵਿੱਚ ਅਫਸਰਾਂ ਨੇ ਲੀਗਲ ਰਾਏ ਲੈਣੀ ਸੀ, ਔਰ ਬਾਕੀ ਸਾਰੀਆਂ ਚੀਜ਼ਾਂ ਫਸਿਆ ਗੱਲ ਇੱਥੇ। ਮੁੱਖ ਮੰਤਰੀ ਨੇ ਇਹਦੇ ਉੱਤੇ ਫੈਸਲਾ ਪੋਲੀਟੀਕਲ ਸੀ, ਮੁੱਖ ਮੰਤਰੀ ਨੇ ਪੋਲੀਟੀਕਲ ਫੈਸਲੇ ਤੇ ਦਸਤਖਤ ਕੀਤੇ, ਮੰਤਰੀ ਨੇ ਉਹਨੂੰ ਅੱਗੇ ਵਧਾਇਆ, ਪਰ ਜਦੋਂ ਕੋਰਟ 'ਚ ਫਸ ਗਿਆ, ਇਹਨੂੰ ਡਿਫੈਂਡ ਨਹੀਂ ਕੀਤਾ ਜਾ ਸਕਿਆ, ਕੇਸ ਲੜਨੋਂ ਪਿਛਾਂਹ ਹਟ ਗਏ ਸਾਰੇ। ਉਸ ਤੋਂ ਬਾਅਦ ਫੈਸਲਾ ਇਹ ਹੋਇਆ ਕਿ ਇਹਦੇ 'ਚ ਦੇਖਿਆ ਜਾਵੇ ਕਿ ਕਿਹਨੇ ਇਹਨੂੰ ਠੀਕ ਤਰੀਕੇ ਨਾਲ ਪ੍ਰੋਸੀਡ ਨਹੀਂ ਕੀਤਾ, ਤੇ ਮੁੱਖ ਮੰਤਰੀ ਨੇ 2 ਅਫਸਰ ਜ਼ਿੰਮੇਵਾਰ ਸਮਝ ਕੇ ਜ਼ਿੰਮੇਵਾਰੀ ਫਿਕਸ ਕਰਦਿਆਂ ਸਸਪੈਂਡ ਕਰਤੇ। ਹੁਣ ਅੱਜ ਸਵਾਲ ਉੱਠ ਗਿਆ ਕਿ ਕੀ ਹੋਰ 2 ਅਧਿਕਾਰੀ ਸੀ, ਕੁਮਾਰ ਅਮਿਤ ਔਰ ਰਵੀ ਭਗਤ, ਜਿਨ੍ਹਾਂ ਨੇ ਇਹ ਫਾਈਲਾਂ ਨੂੰ ਵੇਖਣਾ ਸੀਗਾ। ਕੁਮਾਰ ਅਮਿਤ ਪੰਚਾਇਤ ਵਿਭਾਗ ਨੂੰ ਦੇਖ ਰਹੇ ਨੇ ਸੀਐਮਓ ਦੇ ਵਿੱਚ, ਜਿਹੜਾ ਪਹਿਲਾਂ ਏਵੇਨੂ ਪ੍ਰਸ਼ਾਦ ਦੇਖਦੇ ਸੀ, ਤੇ ਉਹਨਾਂ ਨੇ ਰਵੀ ਭਗਤ ਨੇ ਫਾਈਲ ਕਢਾਈ ਹੈ। ਜਦੋਂ ਫਾਈਲ ਤਾਂ ਕੁਦਰਤੀ ਪਿੱਛੋਂ ਆ ਰਹੀ ਆ, ਸਿਆਸੀ ਤੌਰ ਤੇ ਕਢਵਾਉਣ ਲਈ ਆ ਰਹੀ ਆ, ਤੇ ਉਹਨੂੰ ਰੋਕਣਾ ਕਿਹਨੇ ਸੀ? ਸਵਾਲ ਤਾਂ ਇੰਨਾ ਕਿ ਅਧਿਕਾਰੀ ਤਾਂ ਇਹੀ ਕਹਿਣ ਦਾ ਯਤਨ ਕਰ ਰਿਹਾ। ਇਹਦੇ ਚ ਇੱਕ ਪੁਆਇੰਟ ਹੋਰ ਵੀ ਹੈਗਾ, ਉਹ ਤੁਸੀਂ ਦੇਖੋ, ਜਦੋਂ ਕੋਈ ਕਾਨੂੰਨੀ ਤੌਰ ਤੇ ਅਸੀਂ ਕਿਸੇ ਚੀਜ਼ ਨੂੰ ਜਾਂਚਦੇ ਹਾਂ ਤਾਂ ਅਸੀਂ ਐਲਆਰ ਦੀ ਐਡਵਾਈਸ ਲੈਂਦੇ ਹਾਂ, ਜਾਂ ਜਦੋਂ ਕੇਸ ਕਰਨਾ ਹੁੰਦਾ ਤਾਂ ਅਸੀਂ ਐਡਵੋਕੇਟ ਜਨਰਲ ਦੀ ਐਡਵਾਈਸ ਲੈਂਦੇ ਹਾਂ। ਇੱਥੇ ਵੀ ਜਦੋਂ ਪੰਚਾਇਤਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਤਿਆਰ ਕੀਤਾ ਗਿਆ, ਉਦੋਂ ਐਲਆਰ ਦੀ ਐਡਵਾਈਸ ਹੈ। ਜੇ ਹੁਣ ਜਾਂ ਤਾਂ ਦੇਖੋ ਕਾਨੂੰਨੀ ਤੌਰ ਤੇ ਗਲਤ ਹੈ ਤਾਂ ਫਿਰ ਐਲਆਰ ਨੂੰ ਹੀ ਪੁਆਇੰਟ ਆਊਟ ਕਰਨਾ ਚਾਹੀਦਾ ਸੀ ਨਾ ਵੀ ਇਹ ਕਾਨੂੰਨੀ ਤੌਰ ਤੇ ਗਲਤ ਹੈ, ਤੁਸੀਂ ਇਦਾਂ ਨਹੀਂ ਕਰ ਸਕਦੇ, ਕੋਈ ਪਬਲਿਕ ਇੰਟਰਸਟ ਨਹੀਂ ਇਹਦੇ ਵਿੱਚ ਸ਼ਾਮਿਲ ਹੈਗਾ, ਕੋਈ ਕੁਝ ਨਹੀਂ ਹੈਗਾ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਸੋ ਜਦੋਂ ਇਹ ਕਰਤਾ ਤਾਂ ਹੁਣ ਸੀਐਮ ਨੇ ਜਿਹੜੇ 2 ਅਫਸਰਾਂ ਤੇ ਫੈਸਲਾ ਲਿੱਤਾ ਹੈ ਉਹ ਬਿਲਕੁਲ ਇੰਬੈਲੈਂਸ ਫੈਸਲਾ ਹੈ। ਤੁਹਾਡਾ ਮਿਨਿਸਟਰ ਹਰ ਕਦਮ ਤੇ ਸ਼ਾਮਿਲ ਹੈ, ਤੁਸੀਂ ਮਿਨਿਸਟਰ ਨੂੰ ਕੀ ਕੀਤਾ? ਕੀ ਮਿਨਿਸਟਰ ਦਾ ਤਬਾਦਲਾ ਕੀਤਾ ਗਿਆ, ਜਾਂ ਮਿਨਿਸਟਰ ਨੂੰ ਹਟਾਇਆ ਗਿਆ, ਜਾਂ ਮਿਨਿਸਟਰ ਦਾ ਮਹਿਕਮਾ ਚੇਂਜ ਕੀਤਾ ਗਿਆ? ਕੁਝ ਤਾਂ ਇਸ ਤੇ ਲੱਗਦਾ ਕਿ ਹਾਂ ਮਿਨਿਸਟਰ ਦੇ ਉੱਤੇ ਵੀ ਕੋਈ ਫੈਸਲਾ ਮਤਲਬ ਕੋਈ ਕਦਮ ਉਠਾਇਆ ਗਿਆ, ਕੋਈ ਕਾਰਵਾਈ ਕੀਤੀ ਗਈ ਹੈ, ਉੱਥੇ ਤਾਂ ਨਹੀਂ ਲੱਗ ਰਹੀ। ਐਲਆਰ ਦੇ ਵਿੱਚ
ਜਦੋਂ LR ਦੀ ਐਡਵਾਈਸ ਆ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਜ਼ਿਆਦਾਤਰ ਜਿਹੜੇ ਦਿੱਕਤ ਹੈਗੀ ਆ ਉਹ ਕਲੀਅਰ ਹੋ ਜਾਂਦੀ ਹੈ, ਕੁਝ ਵੀ ਨਹੀਂ ਰਹਿੰਦਾ। ਉਹ ਸਿੱਧਾ ਸਿੱਧਾ ਫਿਰ ਇੱਕ ਕਲਰਕ ਵਾਂਗੂ ਹੀ ਕੰਮ ਕਰਦਾ, ਚਾਹੇ ਕੋਈ IAS ਅਫਸਰ ਹੋਵੇ ਚਾਹੇ ਕੋਈ ਹੋਵੇ। ਉਹ ਜਾਂਦਾ CM ਕੋਲੇ ਸਾਈਨ ਕਰਾਏ ਔਰ ਫਾਈਲ ਜਿਹੜੀ ਹੈਗੀ ਆ ਉਹ ਵਾਪਸ ਭੇਜਦੀ ਡਿਪਾਰਟਮੈਂਟ ਨੂੰ ਕਿ ਚਲੋ ਜੀ ਨੋਟੀਫਿਕੇਸ਼ਨ ਜਾਰੀ ਕਰ ਦਿਓ। ਹੁਣ ਇੱਥੇ ਜਦੋਂ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਤਾਂ ਮੈਨੂੰ ਲੱਗਦਾ ਕਿ ਜਿਹੜਾ ਇਹ CM ਦਾ ਜਿਹੜੇ ਅਧਿਕਾਰੀ ਨੇ ਉਹ ਤਾਂ ਸਿਰਫ ਇੰਨਾ ਕੀ ਫੈਸਲਾ ਲੈ ਰਿਹਾ ਕਿ ਜੀ ਫਾਈਲ ਕਢਾ ਕੇ ਵਾਪਸ ਭੇਜ ਦਿਓ। ਇਹਦੇ 'ਚ ਇੱਕ ਵੱਡਾ ਸਵਾਲ ਆ, ਮੈਂ ਮੰਨ ਲਓ ਕੋਈ ਕੇਸ ਦੇ ਵਿੱਚ ਹੈ ਤੇ ਮੈਂ ਆਪਣਾ ਵਕੀਲ ਕਰ ਲੈਣਾ ਤੇ ਵਕੀਲ ਦੀ ਰਾਏ ਨਾਲ ਹੀ ਮੈਂ ਚੱਲਦਾ, ਉਸ ਤੋਂ ਬਾਹਰ ਨਹੀਂ ਚੱਲਦਾ। ਕੇਸ ਹਾਈ ਕੋਰਟ 'ਚ ਲੱਗਿਆ ਹੋਇਆ ਸੀ। ਹੁਣ ਇਸ ਕੇਸ ਦੇ ਵਿੱਚ ਪੰਚਾਇਤ ਵਿਭਾਗ ਦੇ ਡਾਇਰੈਕਟਰ IAS ਗੁਰਪ੍ਰੀਤ ਸਿੰਘ ਖਹਿਰਾ ਇੱਕ ਹਲਫਨਾਮਾ ਦਾਇਰ ਕਰ ਦਿੰਦੇ ਆ ਕਿ ਉਹ ਬਿਲਕੁਲ ਠੀਕ ਹੋਇਆ, ਜੋ ਹੋਇਆ ਉਹਨੂੰ ਡਿਫੈਂਡ ਕਰ ਰਿਹਾ। ਇੱਕ ਦਿਨ ਪਹਿਲਾਂ, ਇੱਕ ਸ਼ਾਮ ਪਹਿਲਾਂ, ਜਿਸ ਦਿਨ ਸਰਕਾਰ ਵਾਪਸ ਲੈਂਦੀ ਆ ਇਸ ਕੇਸ ਨੂੰ, ਪੰਚਾਇਤਾਂ ਭੰਗ ਕਰਨ ਦਾ ਫੈਸਲਾ ਵਾਪਸ ਲੈਂਦੀ ਆ, ਉਸ ਤੋਂ ਪਹਿਲੀ ਸ਼ਾਮ ਤੱਕ ਗੁਰਪ੍ਰੀਤ ਸਿੰਘ ਖਹਿਰਾ ਦਾ ਹਲਫਨਾਮਾ ਦਾਖਲ ਹੁੰਦਾ। ਮਤਲਬ ਇਸੇ ਕਰਕੇ ਹੁੰਦਾ ਨਾ ਕਿ ਮੰਗਿਆ ਗਿਆ ਸੀ ਕੋਰਟ ਵੱਲੋਂ ਕੇਸ ਦੇ ਸੰਦਰਭ ਵਿੱਚ ਕਿ ਆਪਣਾ ਪੱਖ ਰੱਖੋ। ਇਹਦਾ ਮਤਲਬ ਹੈ ਕਿ ਖਹਿਰਾ ਨੇ ਆਪ ਤੇ ਬਣਾਇਆ ਨਹੀਂ, ਜਿਹੜੇ ਵਕੀਲ ਕੇਸ ਲੜ ਰਹੇ ਆ ਉਹਨਾਂ ਨੇ ਤਿਆਰ ਕਰਵਾਇਆ। ਸ਼ਾਮ ਤੱਕ ਤੁਸੀਂ ਇਸ ਗੱਲ ਤੇ ਖੜੇ ਹੋ, ਖਹਿਰਾ ਵਕੀਲਾਂ ਦੇ ਅਨੁਸਾਰ ਚੱਲ ਰਿਹਾ। ਵਕੀਲ ਅਗਲੇ ਦਿਨ ਕੋਰਟ ਦੇ ਵਿੱਚ ਇਹ ਗੱਲ ਜ਼ਾਹਰਾ ਕਰ ਦਿੰਦੇ ਆ ਕਿ ਅਸੀਂ ਕੇਸ ਅੱਗੇ ਨਹੀਂ ਵਧਾ ਰਹੇ। ਤਾਂ ਮਤਲਬ ਦੋ ਪੱਧਰ ਤੇ ਫੈਸਲਾ ਹੋ ਰਿਹਾ। ਇੱਕ ਕੋਈ ਸਿਆਸੀ ਗੱਲ ਹੋਈ ਹੈ ਕਿਤੇ ਫੈਸਲਾ ਵਾਪਸ ਲੈਣ ਦੀ, ਖਹਿਰਾ ਨਾਲ ਨਹੀਂ ਹੋਈ, ਪੰਚਾਇਤ ਵਿਭਾਗ ਦੇ ਡਾਇਰੈਕਟਰ ਨਾਲ ਨਹੀਂ ਹੋਈ। ਉਹ ਤਾਂ ਸ਼ਾਮ ਤੱਕ ਆਪਣਾ ਹਲਫਨਾਮਾ ਦਾਇਰ ਕਰਨ ਲਈ ਸਾਈਨ ਕਰਕੇ ਉੱਠੇ ਹੋਣਗੇ ਵੀ ਅਸੀਂ ਠੀਕ ਫੈਸਲਾ ਕੀਤਾ। ਦੂਜਾ ਮਾਮਲਾ ਵੀ ਇਹਦੇ ਵਿੱਚ ਫਸਿਆ ਹੋਇਆ। ਇੱਕ ਸੀਨੀਅਰ ਅਧਿਕਾਰੀ ਪੁਰਾਣੀ ਸਰਕਾਰ ਦੇ, ਉਹ ਪੁੱਛ ਰਹੇ ਸੀਗੇ ਕਿ ਅਦਾਲਤ ਵਿੱਚ ਵੀ ਗੁੰਮਰਾਹਕੁਨ ਬਿਆਨਬਾਜ਼ੀ ਹੋਈ ਆ, ਉੱਥੇ ਕਹੇ ਤੁਸੀਂ ਕਿ ਮੀਟਿੰਗ ਕਿਸੇ 'ਚ ਫੈਸਲਾ ਹੋਇਆ ਤੇ ਉਹ ਫੈਸਲਾ ਬਾਅਦ 'ਚ ਤੁਸੀਂ ਪੇਸ਼ ਨਹੀਂ ਕਰ ਸਕੇ। ਜੇ ਮੀਟਿੰਗ ਕਿਸੇ 'ਚ ਫੈਸਲਾ ਨਹੀਂ ਸੀ ਹੋਇਆ, ਕੈਬਨਿਟ 'ਚ ਫੈਸਲਾ ਨਹੀਂ ਸੀ ਹੋਇਆ, ਤੇ ਉੱਥੇ ਅਦਾਲਤ ਵਿੱਚ ਕਿਉਂ ਇਹ ਗੱਲ ਕਹਿਤੀ ਗਈ? ਜੇ ਕੱਲ ਨੂੰ ਕੋਈ ਇਸੇ ਗੱਲ ਨੂੰ ਲੈ ਕੇ ਚੱਲ ਜੇ ਕਿ ਸਰਕਾਰ ਦੇ ਵਕੀਲਾਂ ਨੇ ਤਾਂ ਇੱਥੇ ਗਲਤ ਬਿਆਨੀ ਕੀਤੀ, ਇਹ ਵੀ ਸਿਆਪਾ। ਭਾਸਕਰ ਸਾਹਿਬ, ਇਹ ਗੱਲ ਹੁਣ ਉਲਝ ਇਸ ਕਰਕੇ ਗਈ ਕਿਉਂਕਿ ਨਵੀਆਂ ਫਾਈਂਡਿੰਗਸ ਦੇ ਵਿੱਚ ਮੰਤਰੀ ਹਰ ਜਗ੍ਹਾ ਮੌਜੂਦ ਨੇ। ਇਹ ਸਭ ਨੂੰ ਹੀ ਪਤਾ ਸੀ ਕਿ ਮੰਤਰੀ ਨੇ ਮੌਜੂਦ ਹੋਣਾ, ਸਿਆਸੀ ਫੈਸਲਾ ਕਰਵਾਇਆ, ਹੱਥੋਂ ਹੱਥੀ ਜਾ ਰਿਹਾ ਸੀ। ਪਰ ਮੰਤਰੀ ਦਾ ਮਹਿਕਮਾ ਹੀ ਬਦਲ ਦਿੰਦੇ, ਘੱਟੋ ਘੱਟ ਅਫਸਰਾਂ ਦੀ ਆਂਦਰ ਠੰਡੀ ਹੋ ਜਾਂਦੀ। ਰੰਧਾਵਾ ਜੀ, ਇੱਕ ਹੁੰਦਾ ਰਾਜਨੀਤਿਕ ਫੈਸਲਾ, ਬਿਗ ਬੌਸ, ਸੁਪਰ ਬਿਗ ਬੌਸ ਇਹ ਚਾਹੁੰਦੇ ਨੇ, ਇਹ ਇੱਕ ਮੈਸੇਜ ਅਫਸਰਾਂ ਨੂੰ ਦਿੱਤਾ ਜਾਂਦਾ ਹੈ ਕਿ ਪੰਚਾਇਤਾਂ ਨੂੰ ਆਪਾਂ ਭੰਗ ਕਰਨਾ। ਫਿਰ ਉਹਦੀ ਕਵਾਇਦ ਸ਼ੁਰੂ ਹੁੰਦੀ ਹੈ, ਭਾਵੇਂ ਮੰਤਰੀ ਦੀ ਤਰਫੋਂ ਮੀਟਿੰਗ ਬੁਲਾਈ ਜਾਂਦੀ ਹੈ, ਪਰ ਅਫਸਰਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਵੀ ਅਸੀਂ ਚਾਹੁੰਦੇ ਕੀ ਹਾਂ, ਉਹਦੇ ਹਿਸਾਬ ਨਾਲ ਫਾਈਲਾਂ ਤਿਆਰ ਕਰੋ। ਔਰ ਉਹ ਫਾਈਲਾਂ ਉੱਦਾਂ ਤਿਆਰ ਕਰਦੇ ਨੇ। ਤਿਆਰ ਕਰਦੇ ਹੋਏ ਫਾਈਲਾਂ ਉਸ ਮੀਟਿੰਗ ਦੇ ਵਿੱਚ, ਜਿਹੜੀ 26 ਜੁਲਾਈ ਦੀ ਮੀਟਿੰਗ ਹੈ, ਉਹਦੇ ਵਿੱਚ ਲੀਗਲ ਰਾਏ ਲੈਣ ਦੀ ਵੀ ਗੱਲ ਕੀਤੀ ਗਈ ਹੈ। ਉਹਦੇ ਵਿੱਚ ਜਿਹੜੀ ਲੀਗਲ ਰਾਏ ਲਿੱਤੀ ਗਈ ਸੀ ਉਹ ਫਾਈਲਾਂ ਦੇ ਉੱਤੇ ਕਿਉਂ ਨਹੀਂ ਸੀਗੀ? ਇਹ ਤੇ ਪ੍ਰੋਸੀਜਰਲ ਲੈਪਸ ਸੀ ਨਾ। ਔਰ ਉਸ ਪ੍ਰੋਸੀਜਰਲ ਲੈਪਸ ਨੂੰ ਉਸ ਵਕਤ ਦੇ ਜਾਂ ਉਸ ਫਾਈਲ ਨੂੰ ਡੀਲ ਕਰਨ ਵਾਲੇ ਅਧਿਕਾਰੀਆਂ ਨੂੰ ਦੇਖਣਾ ਚਾਹੀਦਾ ਸੀਗਾ। ਪੋਲੀਟੀਕਲ ਤੌਰ ਤੇ ਜਦ ਇਹ ਫੈਸਲਾ ਪੋਲੀਟੀਕਲ ਐਰੀਨਾ ਦੇ ਵਿੱਚ ਡਿਫੈਂਡ ਕੀਤਾ ਜਾਂਦਾ, ਉੱਥੇ ਕਹਿੰਦੇ ਆ ਕਿ 1000 ਕਰੋੜ ਰੁਪਏ ਦੇ ਜਿਹੜੇ ਫੰਡ ਦੇ ਗਬਨ ਦਾ ਮਾਮਲਾ ਸੀਗਾ, ਜਿਹੜਾ ਹੋ ਸਕਦਾ ਸੀ, ਜਿਹੜਾ ਕ੍ਰਾਈਮ ਹੋਇਆ ਨਹੀਂ ਸੀ ਹਜੇ, ਅੱਗੇ ਚੱਲ ਕੇ ਹੋ ਸਕਦਾ ਸੀ, ਉਹਦੇ ਕਰਕੇ ਅਸੀਂ ਇਹ ਫੈਸਲਾ ਲੈ ਰਹੇ ਹਾਂ। ਉਹ ਫੈਸਲਾ ਵੀ ਅਦਾਲਤ 'ਚ ਨਹੀਂ ਟਿਕਿਆ। ਹੁਣ ਤੁਸੀਂ ਦੇਖੋ ਕਿ ਜਿਹੜੇ ਗੁਰਪ੍ਰੀਤ ਸਿੰਘ ਖਹਿਰਾ ਹੋਣਾ, ਜਿਨ੍ਹਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ, ਉਹਨਾਂ ਦਾ ਕਸੂਰ ਕੀ ਸੀਗਾ? ਉਹ ਤੇ ਸਰਕਾਰ ਦੀ ਇੱਛਾ ਸ਼ਕਤੀ ਨੂੰ ਹੀ ਅੱਗੇ ਵਧਾ ਰਹੇ ਸੀਗੇ। ਔਰ ਬਕਾਇਦਾ ਉਹ ਹਾਈ ਕੋਰਟ ਦੇ ਵਿੱਚ ਇਸ ਗੱਲ ਨੂੰ ਡਿਫੈਂਡ ਕਰਨ ਵਾਸਤੇ ਇੱਕ ਹਲਫਨਾਮਾ ਦਾਇਰ ਕੀਤਾ, ਕਿਉਂਕਿ ਉਸ ਪ੍ਰੋਸੀਜਰ ਦੇ ਵਿੱਚ ਲੈਪਸ ਤੇ ਸੀਗਾ, ਲੇਕਿਨ ਇੱਛਾ ਕਿਹਦੀ ਸੀ? ਸਰਕਾਰ ਦੀ ਸੀਗੀ। ਹੁਣ ਉਹੀ ਫਾਈਲ, ਜਿਹੜੀ ਬੜੀ ਪਿਆਰੀ ਫਾਈਲ ਸੀਗੀ, ਉਹ ਅਚਾਨਕ ਹੀ ਸੱਪ ਵਰਗਾ ਲੱਗਣੀ ਲੱਗ ਜਾਂਦੀ ਹੈ ਸਾਰੇ ਅਫਸਰਾਂ ਨੂੰ। ਹੁਣ ਕੁਮਾਰ ਅਮਿਤ ਜਾਂ ਫਿਰ ਰਵੀ ਭਗਤ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਥੱਲੋਂ ਫਾਈਲ ਬੜੀ ਸਮੂਥਲੀ ਆ ਰਹੀ ਹੁੰਦੀ ਹੈ ਤੇ ਸਾਨੂੰ ਉਹਨੂੰ ਅੱਗੇ ਚੱਲ ਕੇ ਸਾਈਨ ਕਰਾਉਣਾ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ। ਤੁਸੀਂ ਇਹ ਦੱਸੋ ਕਿ ਉਹਨਾਂ ਦੀ ਡਿਊਟੀ ਕੀ ਹੈ? ਜੇ ਫਾਈਲ ਦੇ ਵਿੱਚ ਕੋਈ ਪ੍ਰੋਸੀਜਰਲ ਲੈਪਸ ਸੀਗਾ ਤੇ ਉਹਨਾਂ ਦੀ ਡਿਊਟੀ ਨਹੀਂ ਸੀ ਉਸ ਪ੍ਰੋਸੀਜਰਲ ਲੈਪਸ ਨੂੰ ਦੇਖ ਕੇ ਅੱਗੇ ਵਧਾਉਣਾ? ਇਹਦਾ ਮਤਲਬ ਪੋਲੀਟੀਕਲ, ਦੇਖੋ ਕੰਮ ਕਰਨ ਦੇ ਤਰੀਕੇ ਹਰ ਜਗ੍ਹਾ ਇਦਾਂ ਹੀ ਹੁੰਦੇ ਨੇ ਕਿ ਅਗਰ ਕਿਸੇ ਦੀ ਪੋਲੀਟੀਕਲ ਵਿਲ ਹੈਗੀ ਹੈ, ਮੁੱਖ ਮੰਤਰੀ ਜਾਂ ਉਸ ਤੋਂ ਬਾਅਦ ਵੀ ਸੁਪਰ ਮੁੱਖ ਮੰਤਰੀ ਕੁਝ ਚਾਹੁੰਦੇ ਨੇ, ਤੇ ਉਹ ਸਾਰੀ ਕਵਾਇਦ ਅਫਸਰਾਂ ਦੀ ਇਸ ਗੱਲ ਦੇ ਉੱਤੇ ਲੱਗ ਜਾਂਦੀ ਹੈ ਵੀ ਇਸ ਗੱਲ ਨੂੰ ਆਪਾਂ ਕਰਕੇ ਦਿਖਾਣਾ ਹੈ ਔਰ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਜਸਟੀਫਿਕੇਸ਼ਨ ਦੇ ਕੇ ਇਸ ਫੈਸਲੇ ਨੂੰ ਇੰਪਲੀਮੈਂਟ ਕਰਾਉਣਾ। ਔਰ ਇਹੀ ਅਫਸਰ ਕਰ ਰਹੇ ਸੀਗੇ। ਇਹਦਾ ਰਿਪਰਕਸ਼ਨ ਕੀ ਹੋਏਗਾ? ਦੋ ਅਫਸਰਾਂ ਨੂੰ ਟੰਗੇ ਜਾਣ ਤੋਂ ਬਾਅਦ ਇਹ ਨਹੀਂ ਹੈ ਕਿ ਇਹ ਮਾਮਲਾ ਠੰਡਾ ਪੈ ਜਾਏਗਾ। ਆਉਣ ਵਾਲੇ ਟਾਈਮ ਵਿੱਚ ਹੁਣ ਕੋਈ ਵੀ ਅਫਸਰ ਪੋਲੀਟੀਕਲ ਇੱਛਾ ਨੂੰ ਇੰਪਲੀਮੈਂਟ ਕਰਨ ਵਾਸਤੇ ਵੱਧ ਚੜ ਕੇ ਕੰਮ ਕਰਨ ਤੋਂ ਗੁਰੇਜ਼ ਕਰੇਗਾ।
ਕਿਉਂਕਿ ਬਾਅਦ ਚੋਂ ਉਹਨਾਂ ਦਾ ਖਹਿਰਾ ਵਰਗਾ ਜਾਂ ਫਿਰ ਉਹ ਤਿਵਾੜੀ ਸਾਹਿਬ ਵਰਗਾ ਇਦਾਂ ਦਾ ਹਾਲ ਹੋ ਜਾਊਗਾ। ਇਹ ਇੱਕ ਬਹੁਤ ਵੱਡਾ ਮੁੱਦਾ ਹੈ। ਇਹਦੇ ਵਿੱਚ ਮੰਤਰੀ ਨੂੰ ਬਚਾਉਣਾ ਜਾਂ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ, ਇਹ ਆਪਣੇ ਆਪ ਵਿੱਚ ਹੀ ਇਦਾਂ ਦਾ ਇਸ਼ੂ ਹੈਗਾ ਜਿਸ ਮੁੱਦੇ ਦੇ ਉੱਤੇ ਤੁਸੀਂ ਇਹ ਦੇਖੋ ਕਿ ਅੱਗੇ ਚੱਲ ਕੇ ਇਹਦੇ ਰਿਪਰਕਸ਼ਨਸ ਕੀ ਹੋਣ ਵਾਲੇ ਹੈ। ਇਹਦੇ ਵਿੱਚ ਅਫਸਰਾਂ ਨੂੰ ਬਚਾਉਣ ਦਾ, ਫਸਾਉਣ ਦਾ ਮੁੱਦਾ ਬਹੁਤ ਪਿੱਛੇ ਰਹਿ ਜਾਂਦਾ ਹੈ। ਇੱਛਾ ਸ਼ਕਤੀ ਪੋਲੀਟੀਕਲ ਹੋਏ, ਉਹਨੂੰ ਇੰਪਲੀਮੈਂਟ ਕਰਨ ਵਾਸਤੇ ਅਫਸਰ ਕੰਮ ਕਰਨ, ਔਰ ਕੰਮ ਕਰਨ ਤੋਂ ਬਾਅਦ ਹੁਣ ਐਕਸਾਈਜ਼ ਪਾਲਿਸੀ ਦੇ ਵਿੱਚ ਕੀ ਹੈ, ਜੇ ਐਕਸਾਈਜ਼ ਪਾਲਿਸੀ ਦੇ ਵਿੱਚ ਦਿੱਲੀ ਵਿੱਚ ਜਾ ਕੇ ਸਾਡੇ ਪੰਜਾਬ ਦੇ ਅਫਸਰ ਮੀਟਿੰਗਾਂ ਕਰਦੇ ਸੀਗੇ, ਉੱਥੇ ਹੋਏ ਫੈਸਲਿਆਂ ਨੂੰ ਇੱਥੇ ਇੰਪਲੀਮੈਂਟ ਕੀਤਾ ਜਾਂਦਾ ਹੈ। ਹੁਣ ਅਫਸਰ ਫਸਦੇ ਹਨ, ਹੁਣ ਅੱਗੋਂ ਤੋਂ ਕੋਈ ਅਫਸਰ ਦਿੱਲੀ ਜਾ ਕੇ ਕਿਉਂ ਮੀਟਿੰਗ ਕਰੇਗਾ ਜਦ ਇਹ ਮੁੱਦਾ ਪੋਲੀਟੀਕਲੀ ਉਛਾਲਿਆ ਜਾਂਦਾ। ਇਹ ਸਾਰੀ ਗੱਲਾਂ ਕੰਮਕਾਜ ਦੇ ਉੱਤੇ ਇੱਕ ਆਪਣੇ ਆਪ ਵਿੱਚ ਜਿਹੜਾ ਤਰੀਕਾ ਹੈਗਾ ਉਹਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਹੈਗਾ। ਭਾਸਕਰ ਸਾਹਿਬ, ਦਿੱਲੀ ਜਾਣ ਤੋਂ ਮਨਾ ਵੀ ਕੋਈ ਕਿਵੇਂ ਕਰ ਸਕਦਾ? ਜੇ ਨੌਕਰੀ ਕਰਨੀ ਆ ਤਾਂ ਇਹ ਭਾਣੇ ਮੰਨਣੇ ਪੈਣੇ ਆ, ਪਰ ਇਹ ਜ਼ਰੂਰ ਹੋਊਗਾ ਕਿ ਆ ਕੇ ਨੋਟਿਸ ਦੇਣਗੇ ਕਿ ਅਸੀਂ ਦਿੱਲੀ ਗਏ ਸੀ ਇਸ ਸੁਨੇਹੇ ਤੇ ਇਸ ਟੈਲੀਫੋਨ ਦੇ ਉੱਤੇ ਅਸੀਂ ਇਸ ਬੰਦੇ ਨਾਲ ਮੀਟਿੰਗ ਕੀਤੀ, ਉਹਦੇ ਤੇ ਆ ਚੀਜ਼ਾਂ ਦੇ ਫੈਸਲੇ ਹੋਏ, ਇਹਦੇ ਉੱਤੇ ਅੱਗੇ ਦੇਖ ਲਿਆ ਜਾਵੇ ਜੀ। ਮੈਂ ਇੱਕ ਭਾਸਕਰ ਸਾਹਿਬ ਇੱਕ ਹੋਰ ਚੀਜ਼ ਐਡ ਕਰ ਦਿਆਂ। ਤੁਸੀਂ ਠੀਕ ਕਹਿ ਰਹੇ ਹੋ ਕਿ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਕੋਲੋਂ, ਭਾਵੇਂ ਮੁੱਖ ਮੰਤਰੀ ਇਹ ਫਾਈਲ ਉਡੀਕ ਰਹੇ ਹੋਣ ਬੜੇ ਬੇਸਬਰੀ ਨਾਲ, ਲਿਆਓ ਕਰੀਏ ਯਾਰ, ਬੜਾ ਵੱਡਾ ਫੈਸਲਾ ਹੈ, ਪਰ ਉਹਨਾਂ ਨੇ ਉਂਗਲ ਰੱਖ ਕੇ ਕਹਿਣਾ ਸੀ ਸਰ ਆਹ ਦੇਖ ਲਿਓ ਜੀ ਜਰਾ। ਇਹੀ ਕੰਮ ਆ। ਮੈਨੂੰ ਯਾਦ ਹੈ ਉਹ ਭੱਜੇ ਹੋਏ 2-4 ਮੰਤਰੀ ਗਏ ਮੁੱਖ ਮੰਤਰੀ ਸਾਹਿਬ ਕੋਲ, ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ, ਉਹ ਚਲੋ ਮੰਨ ਲਓ ਮਾਝਾ ਬ੍ਰਿਗੇਡ ਵਾਲੇ ਗਏ ਵੀ ਆ ਜੀ ਆ ਫਟਾਫਟ ਕਰ ਦਿਓ ਜੀ। ਉਹ ਕਹਿੰਦੇ ਗੋ ਟੂ ਸੁਰੇਸ਼, ਮਤਲਬ ਪੇਪਰ ਫੜਿਆ ਗੋ ਟੂ ਸੁਰੇਸ਼। ਹਾਂਜੀ, ਉਹ ਹੁਣ ਕੋਈ ਬੰਦਾ ਆਉਂਦਾ ਸੀ ਕਹਿੰਦਾ ਜੀ ਫੈਸਲਾ ਲਗਭਗ ਹੋ ਗਿਆ ਜੀ, ਮੰਨ ਲਓ ਚੀਫ ਸੈਕਟਰੀ ਸੀ ਉਦੋਂ ਦੇ, ਤਤਕਾਲੀ ਚੀਫ ਸੈਕਟਰੀ ਜਾਂ ਐਡੀਸ਼ਨਲ ਚੀਫ ਸੈਕਟਰੀ ਜਾਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ, ਕਹਿੰਦੇ ਗੋ ਟੂ ਸੁਰੇਸ਼। ਕਿਉਂਕਿ ਸੁਰੇਸ਼ ਜੀ ਨੇ ਇਹ ਦੇਖਣਾ ਹੁੰਦਾ ਸੀ ਵੀ ਮੁੱਖ ਮੰਤਰੀ ਕੱਲ ਨੂੰ ਫਸਣਗੇ ਤਾਂ ਨਹੀਂ, ਕਿਉਂਕਿ ਮੁੱਖ ਮੰਤਰੀ ਸਾਹਿਬ ਸ਼ਾਮ ਨੂੰ ਮੁੱਛਾਂ ਨੂੰ ਤਾ ਦੇ ਕੇ ਆਪਣੀਆਂ ਪੁਰਾਣੀਆਂ ਯਾਦਾਂ ਦੇ ਵਿੱਚ ਗਵਾਚ ਜਾਂਦੇ, ਤਾਂ ਵੇਖਣਾ ਤੇ ਇਹ ਸੀ ਨਾ ਵੀ ਸਵੇਰ ਨੂੰ ਸੁਰਖੀ ਏਡੀ ਅਖਬਾਰਾਂ 'ਚ ਛਪਣ ਦੀ ਹੁੰਦੀ, ਸ਼ਾਮ ਨੂੰ ਮੁੱਖ ਮੰਤਰੀ ਸਾਹਿਬ ਦਾ ਪੈਗ ਅੱਧ 'ਚ ਹੀ ਰਹਿ ਜਾਂਦਾ ਜਦੋਂ ਅੱਧੀ ਰਾਤ ਨੂੰ ਪਤਾ ਲੱਗਦਾ ਲੋਕ ਸੰਪਰਕ ਵਾਲੇ। ਇੱਥੇ ਤੇ ਲੋਕ ਸੰਪਰਕ ਵਾਲੇ ਵੀ ਸਵਾਲ ਤੇ ਸਾਰੇ ਜਿਹੜੇ ਰਾਤ ਨੂੰ ਚੱਲਦੀ ਅਖਬਾਰ 'ਚੋਂ ਵੀ ਪਤਾ ਲਾ ਲੈਂਦੇ ਸੀ ਵੀ ਅੱਜ ਆਹ ਅਖਬਾਰ ਲੱਗਿਆ ਜੇ ਛਪਣ, ਤੇ ਕਈ ਵਾਰੀ ਸੰਪਾਦਕਾਂ ਨੂੰ ਰਾਤ ਸੁੱਤਿਆਂ ਮੁੱਖ ਮੰਤਰੀ ਜਗਾਉਂਦੇ ਰਹੇ। ਤੇ ਖੈਰ ਹੁਣ ਵੀ ਕੋਈ ਇਸ ਤਰ੍ਹਾਂ ਦਾ ਹੈ ਜੀ ਗੋ ਟੂ ਸੁਰੇਸ਼ ਵਾਲਾ? ਪਤਾ ਨਹੀਂ। ਹਾਂਜੀ ਇੰਦਰਪ੍ਰੀਤ ਜੀ, ਅਗਲਾ ਮਾਮਲਾ ਹਾਂ ਜੀ ਭਾਸਕਰ ਸਾਹਿਬ ਜੀ। ਬਿਲਕੁਲ, ਇਸ ਮਾਮਲੇ ਦੇ ਵਿੱਚ ਤੁਸੀਂ ਕਿਹਾ ਕਿ ਸੁਰੇਸ਼ ਕੁਮਾਰ ਵਰਗਾ ਕੋਈ ਹੈ, ਸ਼ਾਇਦ ਮੇਰੇ ਖਿਆਲ ਨਾਲ ਨਹੀਂ ਹੈਗਾ, ਕਿਉਂਕਿ ਜਦ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਲੱਗੇ ਹੋਏ ਰਵੀ ਭਗਤ ਜਾਂ ਫਿਰ ਅਮਿਤ ਕੁਮਾਰ, ਅਮਿਤ ਇਹ ਗੱਲ ਕਹਿਣ ਅਸੀਂ ਤੇ ਕਿਸੇ ਵੀ ਚਲਦੀ ਹੋਈ ਫਾਈਲ ਨੂੰ ਰੋਕ ਹੀ ਨਹੀਂ ਸਕਦੇ। ਤੁਹਾਨੂੰ ਬਿਠਾਇਆ ਕਿਸ ਵਾਸਤੇ ਉੱਥੇ? ਫਾਈਲਾਂ ਨੂੰ ਦੇਖਣ ਵਾਸਤੇ ਬਿਠਾਇਆ ਹੈ ਜਾਂ ਸਿਰਫ ਫਾਈਲਾਂ ਤੇ ਸਾਈਨ ਕਰਾਉਣ ਵਾਸਤੇ ਬਿਠਾਇਆ ਹੈ? ਇਹ ਇੱਕ ਬੜਾ ਵੱਡਾ ਸਵਾਲ ਹੈ ਇਹਨਾਂ ਲੋਕਾਂ ਦੇ ਉੱਤੇ ਜਿਹੜੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬੈਠੇ ਹੋਏ ਇੱਕ ਰੋਬ, ਇੱਕ ਵੱਡੀ ਕੁਰਸੀ ਦਾ ਆਨੰਦ ਤੇ ਲੈਂਦੇ ਨੇ, ਪਰ ਵੱਡੀ ਕੁਰਸੀ ਨੂੰ ਮੇਨਟੇਨ ਕਰਨ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦੇ ਨੇ। ਰੰਧਾਵਾ ਜੀ, ਜਿਹੜੇ ਵੀ ਮੁੱਖ ਮੰਤਰੀ ਕੁਝ ਵੀ ਕਹਿੰਦੇ ਨੇ, ਕੁਝ ਵੀ ਫੈਸਲੇ ਲੈਂਦੇ ਨੇ, ਉਹਦੇ ਪਿੱਛੇ ਬਿਊਰੋਕ੍ਰੇਸੀ ਦੀ ਰਾਏ ਇਨਕਲੂਡ ਹੁੰਦੀ ਹੈ। ਭਾਵੇਂ ਉਹ BMW ਵਾਲੇ ਪਲਾਂਟ ਦਾ ਮਾਮਲਾ ਹੋਏ, ਮੁੱਖ ਮੰਤਰੀ ਨੇ ਇੱਕ ਵਾਰ ਕਹਿਤਾ ਸੀਗਾ ਕਿ ਜੀ ਅਸੀਂ ਗਿਰਦਾਵਰੀ ਬਾਅਦ ਚੋਂ ਕਰਾਂਗੇ, ਮੁਆਵਜ਼ਾ ਪਹਿਲੇ ਦੇ ਦਾਂਗੇ। ਤੁਸੀਂ ਦੇਖੋ ਕਿ ਉਸ ਮਾਮਲੇ ਦੇ ਉੱਤੇ ਵੀ ਤੇ ਮੁੱਖ ਮੰਤਰੀ ਦੇ ਮੂੰਹ ਚੋਂ ਨਿਕਲੀ ਹੋਈ ਗੱਲ ਉਹ ਆਪਣੇ ਆਪ ਵਿੱਚ ਇੱਕ ਕਾਨੂੰਨ ਦੇ ਰੂਪ ਵਿੱਚ ਅੱਗੇ ਜਾਂਦੀ ਹੈ। ਪਰ ਜੇ ਮੁੱਖ ਮੰਤਰੀ ਕੋਈ ਸਿਆਸੀ ਸਟੇਟਮੈਂਟ ਦੇ ਕੇ ਉਹਦੇ ਵਾਸਤੇ ਅਫਸਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦੇ ਤੇ ਫਿਰ ਕੋਈ ਕੀ ਕਰ ਸਕਦਾ ਹੈ। ਇਸ ਕਰਕੇ ਇਹ ਮਾਮਲਾ ਬਹੁਤ ਵੱਡਾ ਹੈ, ਔਰ ਇਸ ਮਾਮਲੇ ਦੇ ਕਰਕੇ ਸਰਕਾਰ ਨੂੰ ਅੱਗੇ ਚੱਲ ਕੇ ਇਹਨੂੰ ਅਫਸਰ ਜਿਹੜੇ ਇਹਨਾਂ ਦੇ ਕਹਿਣ ਤੇ ਕਿੰਨਾ ਕੁ ਕੰਮ ਕਰਨਗੇ ਉਹਦੇ ਉੱਤੇ ਵੀ ਇੱਕ ਡਾਊਟ ਹੈਗਾ। ਚਲੋ ਹੁਣ ਗੱਲ ਤੁਰੀ ਹੈ, ਕਿਸੇ ਨਾ ਕਿਸੇ ਨੂੰ ਤਾਂ ਟੰਗਿਆ ਜਾਣਾ ਸੀਗਾ, ਦੋ ਨੂੰ ਟੰਗਤਾ। ਉਹ ਜਿਹੜੇ ਭੁੱਲਰ ਸਾਹਿਬ ਹੈਗੇ ਨੇ, ਔਰ ਉਸ ਤੋਂ ਪਹਿਲੇ ਜਿਹੜੇ ਪਠਾਨਕੋਟ ਦੇ ਮਾਮਲੇ ਦੇ ਵਿੱਚ ਕਟਾਰੂ ਚੱਕ ਉਹਨਾਂ ਦਾ ਡੀਓ ਲੈਟਰ ਤੇ ਕੁਲਦੀਪ ਸਿੰਘ ਢਾਲੀਵਾਲ ਦਾ ਡੀਓ ਲੈਟਰ ਨੂੰ ਕੈਚ ਕਰਕੇ ਫਟਾਫਟ ਇੱਕ ADC ਨੂੰ 1 ਦਿਨ ਦਾ ਚਾਰਜ ਦੇ ਕੇ 92 ਏਕੜ ਇੱਧਰ ਉੱਧਰ ਕਰ ਦੇਣਾ, ਉਹਨਾਂ ਮਾਮਲਿਆਂ ਦੇ ਵਿੱਚ ਕੀ ਹੋਇਆ? ਉਹਦੇ ਵਿੱਚ ਕਿਸੇ ਨੂੰ ਰਿਸਪੌਂਸੀਬਲ ਠਹਿਰਾਇਆ ਗਿਆ? ਕਿਉਂ ਨਹੀਂ ਠਹਿਰਾਇਆ ਗਿਆ? ਇੱਥੇ 2 ਅਫਸਰ ਢੰਗ ਤੇ, ਉਸ ਮਾਮਲੇ ਦੇ ਵਿੱਚ ਕੋਈ ਗੱਲ ਹੀ ਨਹੀਂ। ਏਦਾਂ ਸਰਕਾਰ ਚੱਲੇਗੀ ਤੇ ਫਿਰ ਸਰਕਾਰ ਦਾ ਅੱਗੇ ਚੱਲ ਕੇ ਬਣੂਗਾ ਕੀ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਵੈਸੇ ਤਾਂ ਮੇਰੇ ਮਨ 'ਚ ਆ ਰਿਹਾ ਹੈ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਜਦੋਂ ਕਹਿੰਦੇ ਸੀ ਵੀ ਗੋ ਟੂ ਸੁਰੇਸ਼, ਇਹ ਗੋ ਟੂ ਅਨੁਰਾਗ ਵਰਮਾ ਕਰਕੇ ਦੇਖ ਲੈਣ। ਮਤਲਬ ਹਰ ਫਾਈਲ ਜੇਕਰ ਤੁਸੀਂ ਕਿਸੇ ਨੂੰ ਅਖਤਿਆਰ ਦੇ ਦੇਣੇ ਆ ਪੂਰੀ ਤਰ੍ਹਾਂ ਵੀ ਇਹਦੇ ਵਿੱਚ ਦੇਖ 0.% ਦੀ ਗਲਤੀ ਨਹੀਂ ਹੋਣੀ ਚਾਹੀਦੀ, ਭਾਵੇਂ 10 ਵਕੀਲਾਂ ਨੂੰ ਪੁੱਛ ਲਓ, ਫਿਰ ਕਿਸੇ ਦੀ ਜ਼ਿੰਮੇਵਾਰੀ ਤਾਂ ਫਿਕਸ ਕਰਨੀ ਪਊਗੀ ਨਾ। ਫਿਰ ਨਾਰਾਜ਼ਗੀ ਸਾਰੀ ਅਨੁਰਾਗ ਵਰਮਾ ਨਾਲ ਹੋਊਗੀ, ਤੁਹਾਨੂੰ ਕੀ ਫਰਕ ਪੈਂਦਾ? ਇੰਦਰਪ੍ਰੀਤ ਜੀ ਅੱਗੇ ਚੱਲਦੇ ਆ, ਜੇ ਇਹਦੇ ਤੇ ਕੋਈ ਟਿੱਪਣੀ ਹੈ ਤਾਂ ਜ਼ਰੂਰ ਕਰ ਦਿਓ, ਪਰ ਨਾਲ ਦੀ ਨਾਲ ਅਗਲਾ ਮਾਮਲਾ ਕਾਫੀ ਅਹਿਮ ਆ ਕਿ ਕੱਲ ਸ਼ਾਮ ਤੱਕ ਕੁਝ ਪਟਵਾਰੀ ਹਾਜ਼ਰ ਕਰਾ ਲਏ ਗਏ ਜਿਹੜੇ ਰਿਟਾਇਰ ਹੋ ਚੁੱਕੇ ਸੀ। ਕੀ ਕਹਿੰਦੇ ਹੋ?
ਰੰਧਾਵਾ ਸਾਹਿਬ, ਜਿਹੜਾ ਇਹਦਾ ਚੱਲ ਰਿਹਾ ਸੀਗਾ ਪਟਵਾਰੀਆਂ ਦਾ 1600 ਦੇ ਕਰੀਬ ਜਿਹੜੇ ਹੈਗੇ ਆ ਪਟਵਾਰ ਸਰਕਲ ਵਿਹਲੇ ਹੋ ਗਏ ਸੀਗੇ ਬਿਲਕੁਲ, ਕਿਉਂਕਿ ਉਹਨਾਂ ਕੋਲ ਡਬਲ ਚਾਰਜਸ ਸੀਗੇ। ਤਾਂ ਉਸ ਤੋਂ ਬਾਅਦ ਇਹ ਤਾਂ ਬਣਦਾ ਸੀ ਕਿ ਐਸਮਾ ਲੱਗੇਗਾ ਕਿ ਨਹੀਂ ਲੱਗੇਗਾ, ਇਹ ਸਵਾਲ ਤਾਂ ਹੈਗਾ ਹੀ ਸੀ ਕਿ ਹੁਣ ਪਟਵਾਰੀ ਆ ਤਾਂ ਗਏ ਲੇਕਿਨ ਐਸਮਾ ਲੱਗੇਗਾ ਕਿ ਨਹੀਂ, ਕਿਉਂਕਿ ਉਹਨਾਂ ਨੇ ਉਹ ਸਰਕਲ ਤਾਂ ਛੋੜਤੇ ਜਿਨ੍ਹਾਂ ਦਾ ਐਡੀਸ਼ਨਲ ਚਾਰਜ ਸੀ। ਹੁਣ ਕੀਤਾ ਕੀ ਜਾਏ? ਤਾਂ ਇਹ ਕੱਲ ਇੱਕ ਫੈਸਲਾ ਲਿਆ ਗਿਆ ਹੈ ਸੀਐਮ ਨੇ, ਜੋ ਇੱਕ ਵੀਡੀਓ ਵੀ ਤੁਸੀਂ ਦੇਖਿਆ ਹੋਣਾ ਜਾਰੀ ਕੀਤਾ ਉਹਨਾਂ ਨੇ, ਉਸ ਤੋਂ ਬਾਅਦ ਸ਼ਾਮ ਨੂੰ ਵੱਡਾ ਸਾਰਾ ਪ੍ਰੈਸ ਨੋਟ ਵੀ ਕੱਢਿਆ ਕਿ 541 ਜਿਹੜੇ ਰਿਟਾਇਰ ਹੋ ਚੁੱਕੇ ਪਟਵਾਰੀ ਹੈਗੇ ਨੇ, ਉਹ ਪਿਛਲੇ ਸਾਲ ਉਹਨਾਂ ਨੂੰ ਇਹ ਫੈਸਲਾ ਦਿੱਤਾ ਸੀਗਾ ਕਿ ਪਿਛਲੇ ਜਦ ਤੱਕ ਨਵੇਂ ਨਹੀਂ ਭਰਤੀ ਹੁੰਦੇ ਉਹ ਪੁਰਾਣੇ ਨੂੰ ਆਪਾਂ ਅੱਗੇ ਕਰ ਲਾਂਗੇ, ਕਿਉਂਕਿ ਟੈਕਨੀਕਲ ਜਾਂ ਸਬਜੈਕਟ ਹੈ ਇਹ, ਇੰਨੀ ਜਲਦੀ ਤਾਂ ਸਿੱਖਿਆ ਵੀ ਨਹੀਂ ਜਾਂਦਾ, ਨਾ ਹੀ ਨਹੀਂ ਪੜ੍ਹੇ ਜਾਂਦੇ, ਜਮਾਬੰਦੀਆਂ ਪਤਾ ਨਹੀਂ ਕੀ ਕੀ ਹੁੰਦਾ ਇਹਦੇ ਵਿੱਚ। ਤੇ ਉਹ ਸਾਰੀਆਂ ਚੀਜ਼ਾਂ ਵਾਸਤੇ 541 ਬੰਦਿਆਂ ਨੂੰ ਕਿਹਾ ਰੀਅਪੁਆਇੰਟ ਕੀਤਾ ਜਾ ਰਿਹਾ ਹੈ। ਨਾਲ ਦੀ ਨਾਲ ਉਹਨਾਂ ਨੂੰ 2 ਜਾਂ 2 ਤੋਂ ਵੱਧ ਸਰਕਲ ਵੀ ਦਿੱਤੇ ਜਾ ਰਹੇ ਨੇ। ਇੱਕ ਤਾਂ ਕੱਲ ਇਹ ਫੈਸਲਾ ਉਹਨਾਂ ਨੇ ਕੀਤਾ ਕਿ ਇਹ ਕਰ ਦੋ। ਦੂਸਰਾ ਸੀਗਾ ਵੀ 710 ਪਟਵਾਰੀ ਨਵੇਂ ਰੱਖੇ ਹੋਏ ਨੇ, ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਜੋ 18 ਮਹੀਨੇ ਦੀ ਹੋਣੀ ਚਾਹੀਦੀ ਹੈ, ਉਹਨੂੰ ਕੱਲ ਗਵਰਨਮੈਂਟ ਨੇ ਘਟਾਤਾ ਹੈ, ਉਹ ਕੱਲ ਮੇਰੇ ਖਿਆਲ 15 ਮਹੀਨੇ ਕਰਤਾ ਹੈ। ਤੇ ਉਹ ਵੀ ਕੱਲ ਤੁਸੀਂ ਸਮਝ ਲਓ 1 ਜਾਂ 2 ਦਿਨਾਂ ਤੱਕ ਮੰਡੇ ਤੋਂ ਸ਼ੁਰੂ ਹੋ ਜਾਏਗਾ ਕੰਮ, ਉਹਨਾਂ ਨੂੰ ਅਪਾਇੰਟਮੈਂਟ ਦੇਣਾ। ਇਸੇ ਤਰ੍ਹਾਂ ਹੀ ਇੱਕ ਹੋਰ 700 ਦੇ ਕਰੀਬ ਇੱਕ ਹੋਰ ਪਟਵਾਰੀ ਨੇ ਜਿਹੜੇ ਬਿਲਕੁਲ ਫਰੈਸ਼ ਨੇ, ਉਹਨਾਂ ਨੂੰ ਸਿਰਫ ਨਿਯੁਕਤੀ ਪੱਤਰ ਦੇਣੇ ਨੇ। ਹੁਣ ਇਹਨਾਂ ਨਾਲ ਵੀ ਕੁਝ ਪੂਰਤੀ ਕੀਤੀ ਜਾਏਗੀ ਤਾਂ 586 ਨਵੀਆਂ ਪੋਸਟਾਂ ਦੀ ਹੋਰ ਐਡਵਰਟਾਈਜ਼ਮੈਂਟ ਦੇਣ ਲਈ ਵੀ ਕਹਤਾ। ਯਾਨੀ ਕਿ ਗਵਰਨਮੈਂਟ ਆਪਣੇ ਤੌਰ ਤੇ ਤਾਂ ਇਹ ਸਾਈਨ ਇੱਕ ਤਰ੍ਹਾਂ ਦਾ ਦੇ ਰਹੀ ਹੈ ਉਹਨਾਂ ਨੂੰ, ਪਟਵਾਰੀਆਂ ਨੂੰ ਜਿਹੜੇ ਹੜਤਾਲ ਤੇ ਗਏ ਹੋਏ ਨੇ, ਕਿ ਉਹ ਝੁਕਣ ਵਾਲੀ ਨਹੀਂ ਹੈ। ਸਾਰੇ ਜਿਹੜੀ ਤੁਹਾਡੀ ਹੜਤਾਲ ਹੈ, ਇਹ ਬਾਰ-ਬਾਰ ਹੜਤਾਲ ਤੋਂ ਮੈਂ ਬਹੁਤ ਤੰਗ ਆ ਗਿਆ। ਇਹ ਸੀਐਮ ਨੇ ਇੱਕ ਵੱਡੇ ਅਧਿਕਾਰੀ ਨੂੰ ਕਿਹਾ ਵੀ ਹੈ ਕਿ ਮੈਂ ਇਹਨਾਂ ਦੀ ਹੜਤਾਲਾਂ ਤੋਂ ਬਹੁਤ ਤੰਗ ਆ, ਹਜੇ ਮੈਨੂੰ 1.5 ਸਾਲ ਨਹੀਂ ਹੋਇਆ ਇੱਥੇ ਮਤਲਬ ਮੁੱਖ ਮੰਤਰੀ ਬਣੇ ਨੂੰ, ਔਰ ਕਮ ਸੇ ਕਮ ਇਹ 4 ਤੋਂ 5 ਵਾਰ ਹੜਤਾਲ ਕਰ ਚੁੱਕੇ ਹੈ। ਹਰ ਮਹੀਨੇ ਇਹਨਾਂ ਦਾ ਹੜਤਾਲ ਦਾ ਨੋਟਿਸ ਆ ਜਾਂਦਾ ਹੈ ਵੀ ਲੋਕਾਂ ਦਾ ਵੀ ਕੋਈ ਹੱਕ ਹੈਗੇ ਨੇ, ਕਿ ਸਾਰੇ ਹੱਕ ਇਹਨਾਂ ਦੇ ਨੇ। ਇਹ ਸ਼ਬਦਾਵਲੀ ਉਹਨਾਂ ਨੇ ਮੁੱਖ ਮੰਤਰੀ ਨੇ ਵਰਤੀ ਹੈ। ਤਾਂ ਇਹ ਤੋਂ ਬਹੁਤ ਕਲੀਅਰ ਹੈ ਕਿ ਮੁੱਖ ਮੰਤਰੀ ਇਸ ਮਾਮਲੇ ਤੱਕ ਘੱਟੋ ਘੱਟ ਝੁਕਣਾ ਨਹੀਂ ਚਾਹੁੰਦੇ। ਇੱਕ ਹੋਰ ਇੰਟਰਸਟਿੰਗ ਚੀਜ਼ ਇਹਦੇ ਚ ਕੀਤੀ ਹੈ, ਉਹ ਪਤਾ ਨਹੀਂ ਮੈਨੂੰ ਇੰਪਲੀਮੈਂਟ ਕਿੰਨੀ ਕਹੂਗੀ। ਉਹਨਾਂ ਨੇ ਕਿਹਾ ਕਿ ਪਟਵਾਰੀਆਂ ਦੀ ਜਿਹੜੀ ਹਾਜ਼ਰੀ ਹੈ ਉਹ ਬਾਇਓਮੈਟ੍ਰਿਕ ਨਾਲ ਹੋਏਗੀ। ਹੁਣ ਇਹ ਸਾਰਿਆਂ ਦੀ ਹੋਊਗੀ ਕਿ ਇਕੱਲੇ ਪਟਵਾਰੀਆਂ ਦੀ ਹੋਊਗੀ? ਇੱਕ ਤਾਂ ਇਹ ਕਲੈਰਿਟੀ ਨਾਲ ਨਹੀਂ ਆਇਆ। ਦੂਜੀ ਇਹ ਕਿ ਬਾਇਓਮੈਟ੍ਰਿਕ ਸਿਸਟਮ ਤਾਂ ਪੰਜਾਬ ਸੈਕਟਰੀਏਟ ਦੇ ਵਿੱਚ ਉਹ ਪਿਛਲੇ ਸਾਲ ਤੋਂ ਹੀ ਲਾਗੂ ਹੋਇਆ ਪਿਆ, ਪਰ ਹਜੇ ਤੱਕ ਚੱਲ ਨਹੀਂ ਰਿਹਾ, ਮਸ਼ੀਨਾਂ ਉਸੇ ਤਰ੍ਹਾਂ ਹੀ ਖੜੀਆਂ ਨੇ। ਸੋ ਬਹੁਤ ਸਾਰੇ ਕਈ ਵਾਰ ਟੈਕਨੀਕਲ ਸਵਾਲ ਹੁੰਦੇ ਨੇ। ਅੱਛਾ ਲੱਗਦਾ ਕਈ ਚੀਜ਼ਾਂ ਬੋਲਣਾ, ਪਰ ਜਦੋਂ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਹਾਂ ਫਿਰ ਬਹੁਤ ਦਿੱਕਤਾਂ ਆਉਂਦੀਆਂ ਨੇ। ਇੱਥੇ ਕੀ ਉਦਾਂ ਦੀਆਂ ਦਿੱਕਤਾਂ ਆਉਣਗੀਆਂ ਕਿ ਨਹੀਂ, ਜਾਂ ਉਹਦਾ ਕੀ ਹੱਲ ਕੀਤਾ ਜਾਏਗਾ, ਇਹ ਵੀ ਅਜੇ ਸਵਾਲ ਹੈਗੇ ਨੇ। ਸਕੂਲਾਂ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਸਕੂਲਾਂ 'ਚ ਵੀ ਬਾਇਓਮੈਟ੍ਰਿਕ ਸਿਸਟਮ ਲੱਗੇਗਾ, ਉਹਨਾਂ 'ਚ ਵੀ ਮੈਨੂੰ ਲੱਗਦਾ ਕਿ ਹਜੇ ਤੱਕ ਲੱਗਿਆ ਨਹੀਂ ਹੈ। ਚੱਲਣ ਹੀ ਨਹੀਂ ਦਿੰਦੇ ਬਗਾਨੇ ਪੁੱਤ ਮਸ਼ੀਨਾਂ। ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ? ਜਿਸ ਤਰੀਕੇ ਨਾਲ ਪਟਵਾਰੀਆਂ ਦੇ ਬਾਰੇ 'ਚ ਜਿੱਥੇ ਪਟਵਾਰੀ ਲੱਭਦਾ ਹੈ ਇਸ ਟਾਈਮ ਸਰਕਾਰ ਫੜ ਕੇ ਡਿਊਟੀ ਤੇ ਲਾ ਰਹੇ ਨੇ, ਉਹ ਲਾਣਾ ਬਣਦਾ ਵੀ ਹੈ ਕਿਸੇ ਤਰੀਕੇ ਨਾਲ ਇਹਨਾਂ ਪਟਵਾਰੀਆਂ ਦੀ ਹੜਤਾਲ ਨੂੰ ਫੇਲ ਕਰਨਾ ਹੈ। ਪਟਵਾਰੀਆਂ ਦੇ ਮਨਾਂ ਦੇ ਵਿੱਚ ਵੀ ਹੌਲ ਪੈਣੇ ਸ਼ੁਰੂ ਹੋ ਗਏ ਨੇ। ਜਿਸ ਤਰੀਕੇ ਨਾਲ ਮੁੱਖ ਮੰਤਰੀ ਰੋਜ਼ ਪਟਵਾਰੀ ਲੱਭ ਕੇ ਲਾ ਦਿੰਦੇ ਨੇ, ਔਰ ਉਹਨਾਂ ਦੇ ਪ੍ਰਧਾਨ ਜੀ ਕੀ ਕਹਿ ਰਹੇ ਨੇ? ਪ੍ਰਧਾਨ ਜੀ ਕਹਿ ਰਹੇ ਨੇ ਕਿ ਵੀ ਦੇਖੋ ਤੁਸੀਂ ਸਾਡੇ ਨਾਲ ਗੱਲ ਕਰੋ, ਤੁਸੀਂ ਪਟਵਾਰੀ ਲੱਭਦੇ ਕਿਉਂ? ਕੋਈ ਰਿਟਾਇਰ ਪਟਵਾਰੀ ਜਾਂ ਨਵੇਂ ਪਟਵਾਰੀ ਲਾ ਦੋਗੇ ਬਹੁਤ ਨੁਕਸਾਨ ਹੋ ਜਾਏਗਾ, ਇਹ ਕੰਮ ਸਾਡਾ ਵਿਗਾੜ ਦੇਣਗੇ। ਬਾਇਓਮੈਟ੍ਰਿਕ ਅਟੈਂਡੈਂਸ ਦੇ ਮੁੱਦੇ ਤੇ ਕਹਿੰਦੇ ਨੇ ਆਲਰੇਡੀ ਹੈਗੀ ਹੈ, ਲੈਪਟਾਪ ਦਿੱਤੇ ਹੋਏ ਨੇ ਪਟਵਾਰੀਆਂ ਨੂੰ, ਉਹ ਲਾ ਰਹੇ ਨੇ ਆਪਣੀ ਅਟੈਂਡੈਂਸ। ਫਿਰ ਨਾਲ ਦੇ ਨਾਲ ਉਹ ਇੱਕ ਗੱਲ ਦਾ ਜ਼ਿਕਰ ਕਰਦੇ ਨੇ, ਜਿਸ ਗੱਲ ਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕੀਤਾ ਸੀ, ਕਿ ਸਾਰੇ ਪਟਵਾਰੀਆਂ ਨੇ 1-1 2-2 ਹੋਰ ਸਭ ਪਟਵਾਰੀ ਠੇਕੇ ਤੇ ਰੱਖੇ ਹੋਏ ਨੇ, ਕੰਮ ਉਹ ਕਰਦੇ ਨੇ, ਇਹ ਤੇ ਬਸ ਪੈਸੇ ਹੀ। ਚਲੋ ਆਪਾਂ ਕੁਝ ਨਹੀਂ ਕਹਿੰਦੇ, ਲੇਕਿਨ ਇਹ ਸਾਰੀ ਗੱਲਾਂ ਦੇ ਉੱਤੇ ਪ੍ਰਧਾਨ ਜੀ ਕਹਿੰਦੇ ਨੇ ਵੀ ਮੁੱਖ ਮੰਤਰੀ ਨੂੰ ਕਿਸੇ ਨੇ ਗਲਤ ਗੱਲ ਕਹਿਤੀ ਹੈ, ਔਰ ਮੁੱਖ ਮੰਤਰੀ ਉਹ ਜਿਹੜੀ ਗੱਲ ਹੈਗੀ ਹੈ, ਮੈਨੂੰ ਇਹ ਲੱਗਦਾ ਹੈ ਕਿ ਉਹ ਪ੍ਰਧਾਨ ਜੀ ਕਿਸੇ ਵੀ ਸਰਕਲ ਦੇ ਵਿੱਚ ਜਾ ਕੇ ਆਮ ਲੋਕਾਂ ਨਾਲ, ਮੇਰੇ ਖਿਆਲ ਨਾਲ ਇੱਕ ਵੀ ਬੰਦੇ ਨਾਲ ਗੱਲ ਕਰ ਲੈਣ ਜਿਨ੍ਹਾਂ ਦਾ ਕਦੀ ਪਟਵਾਰੀ ਨਾਲ ਵਾਸਤਾ ਪਿਆ ਹੋਏ, ਤੇ ਉਹ ਇਸ ਗੱਲ ਤੋਂ ਇਨਕਾਰ ਨਾ ਕਰਨ ਕਿ ਪਟਵਾਰੀਆਂ ਨੇ ਅੱਗੇ ਸਭ ਪਟਵਾਰੀ ਰੱਖੇ ਹੋਏ ਨੇ। ਔਰ ਉਸ ਗੱਲ ਨੂੰ ਜਦੋਂ ਪ੍ਰਧਾਨ ਜੀ ਇਨਕਾਰ ਕਰਦੇ ਨੇ ਤੇ ਉਹਨਾਂ ਦਾ ਨੈਰੇਟਿਵ ਉਹ ਪਬਲਿਕ ਦੇ ਵਿੱਚ ਵੀ ਉਦਾਂ ਹੀ ਗਲਤ ਚਲੇ ਜਾਂਦਾ ਹੈ ਕਿ ਵੀ ਇਹ ਤੇ ਹੈਗੇ ਹੀ ਏਦਾਂ ਦੇ ਹੈਗੇ ਨੇ। ਪਰ ਚਲੋ ਪਟਵਾਰੀ ਸਾਡੇ ਤੋਂ ਨਾਰਾਜ਼ ਬਹੁਤ ਨੇ, ਕਾਰਨ ਕਿ ਜਿਹੜੀ ਗੱਲਾਂ ਆਪਾਂ ਕਰਤੀਆਂ ਉਹ ਮੁੱਖ ਮੰਤਰੀ ਹੋਰਾਂ ਨੇ ਫੜ ਲਈਆਂ, ਔਰ ਫੜ ਲਈਆਂ ਤੇ ਉਹ ਇਹਨਾਂ ਨਾਲ ਉਸ ਲਹਿਜੇ ਨਾਲ ਹੀ ਗੱਲ ਕਰਦੇ ਨੇ। ਫਿਰ ਗੱਲ ਜਦ ਬੋਲ ਕੇ ਆਉਂਦੀ ਹੈ ਤਾਂ ਕਿਸੇ ਜਗ੍ਹਾ ਗੱਲ ਟਿਕਦੀ ਨਹੀਂ। ਅੰਦਰਪ੍ਰੀਤ ਜੀ ਕੋਈ ਗੱਲ ਕਰਨਾ ਚਾਹੁੰਦੇ?
ਮੈਂ ਤਾਂ ਭਾਸਕਰ ਸਾਹਿਬ ਦੀ ਗੱਲ ਨੂੰ ਹੀ ਅੱਗੇ ਵਧਾ ਰਿਹਾ। ਮੈਂ ਜਿਹੜਾ ਸੀਐਮ ਨੇ ਇਹ ਆਪਣੇ ਉਸ 'ਚ ਵੀ ਪਹਿਲੇ ਟਵੀਟ 'ਚ ਵੀ ਕਿਹਾ ਸੀ ਵੀ ਅੱਗੇ ਇਹ ਰੱਖੇ ਹੋਏ ਨੇ ਸਭ ਪਟਵਾਰੀ ਜਿਹੜੇ, ਔਰ ਬਾਰ-ਬਾਰ ਕਹਿ ਰਹੇ ਹੋ ਲਗਾਤਾਰ ਇਹ ਗੱਲ ਕਿ ਇਹ ਸਭ ਪਟਵਾਰੀ ਰੱਖੇ ਹੋਏ ਨੇ। ਸਵਾਲ ਇਹ ਹੈ ਕਿ ਜੇ ਇਹ ਚੀਜ਼ਾਂ ਸਭ ਪਤਾ ਨੇ, ਇੱਕ ਸੀਐਮ ਲੈਵਲ ਦੇ ਬੰਦੇ ਨੂੰ ਵੀ ਪਤਾ ਨੇ, ਤਾਂ ਇਹਨਾਂ ਤੇ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ? ਇਹ ਗੈਰ ਕਾਨੂੰਨੀ ਕੰਮ ਜਿਹੜੇ ਨੇ ਉਹ ਆਪਾਂ ਜਾਣਦੇ ਹੋਏ ਵੀ ਕੰਮ ਉਸ ਤੇ ਨਹੀਂ ਕਰ ਰਹੇ, ਤਾਂ ਇਹ ਵੀ ਤਾਂ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਦੀ ਜਿਹੜੀ ਗੈਰ ਕੁਸ਼ਲਤਾ ਹੀ ਆਪਾਂ ਨੂੰ ਕਹਾਂਗੇ ਨਾ, ਕੁਸ਼ਲਤਾ ਨਹੀਂ ਹੈ ਜਿਹੜੀ। ਜੇ ਮੈਨੂੰ ਪਤਾ ਹੈ ਵੀ ਚੀਜ਼ ਇਹ ਗਲਤ ਹੈ ਔਰ ਫਿਰ ਵੀ ਮੈਂ ਹੋਣ ਦੇ ਰਿਹਾ, ਤਾਂ ਮੈਨੂੰ ਲੱਗਦਾ ਵੀ ਇਹ ਵੀ ਠੀਕ ਨਹੀਂ ਹੈਗਾ। ਨਾ ਇੰਦਰਪ੍ਰੀਤ ਜੀ, ਪਤਾ ਤੇ ਉਹਨਾਂ ਨੂੰ ਇਹ ਵੀ ਆ ਕਿ 45 ਤੋਂ ਵੱਧ ਤਹਿਸੀਲਦਾਰਾਂ ਦੇ ਖਿਲਾਫ ਵਿਜੀਲੈਂਸ ਨੇ ਰਿਪੋਰਟ ਤਿਆਰ ਕੀਤੀ ਸੀ ਵੀ ਇਹ ਇਹਨਾਂ ਬੰਦਿਆਂ ਦੇ ਨਾਂ ਦਿੱਤੇ ਹੋਏ ਮੁੱਖ ਮੰਤਰੀ ਤੋਂ ਲਿਆ ਕਿਤੇ। ਜਿਹੜੇ ਮਹਿਕਮੇ ਦੇ ਐਡੀਸ਼ਨਲ ਚੀਫ ਸੈਕਟਰੀ ਆ ਉਹਨਾਂ ਤੋਂ ਓਲਾ ਕਿਤੇ। ਉਹਨਾਂ ਨੇ ਤੇ ਕਿਹਾ ਸੀ ਕੋਈ ਨਹੀਂ ਸਾਂਭ ਲਾਂਗੇ, ਮਾੜੀ ਮੋਟੀ ਆਪਾਂ ਰਿਪੋਰਟ ਲੈਣੀ ਹੈ। ਏਦਾਂ ਹੀ ਸੀ ਨਾ, ਰਿਕਾਰਡਿੰਗ ਅਜੇ ਵੀ ਸਾਡੇ ਕੋਲ ਪਈ ਹੈ। ਮੈਨੂੰ ਅਜੇ ਤੱਕ ਮੁੱਖ ਮੰਤਰੀ ਸਾਹਿਬ ਦਾ ਇਹ ਹੁਨਰ ਨਹੀਂ ਸਮਝ ਆਇਆ ਵੀ ਤੁਸੀਂ ਤਾਂ ਜ਼ਮੀਨ ਤੋਂ ਆਏ, ਰੋਜ਼ ਕਹਿੰਦੇ ਸੀ ਮੈਂ ਪਿੰਡ ਦਾ ਬੰਦਾ, ਪਤਾ ਮੈਨੂੰ ਸਾਹਿਬ, ਤੇ ਫਿਰ ਕਾਰਵਾਈ ਕਿਉਂ ਨਹੀਂ ਕਰਦੇ? ਲਾਓ ਫਿਰ ਖਿੱਚੋ ਲੀਕ ਨਾ, ਲੋਕਾਂ ਦੀ ਹਮਦਰਦੀ ਲੈਣੀ ਹੈ ਨਾ। ਤੇ ਐਵੇਂ ਥੋੜੀ ਜਿਹੀ ਗੱਲ ਕਰਕੇ ਪਿਛਾਂਹ ਹਟਣਾ। ਹੁਣ ਐਸਮਾ ਲਾਉਣ ਦੀ ਲੋੜ ਨਹੀਂ ਸੀ। ਐਸਮਾ ਉਦੋਂ ਲੱਗਦਾ ਪਹਿਲਾਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਲੋਕਾਂ 'ਚ ਸਾਬਤ ਕਰ ਦਿੰਦੇ ਯਾਰ ਇਹ ਗਲਤ ਆ ਬੰਦੇ। ਪਟਵਾਰੀਆਂ ਨਾਲ ਕਿਹਦੀ ਹਮਦਰਦੀ ਸੀ? ਕਿਸੇ ਦੀ ਨਹੀਂ। ਪਰ ਸਰਕਾਰ ਫੈਸਲਾ ਲੈਣ ਲੱਗਿਆ, ਜਿਹੜੇ ਫੈਸਲੇ ਵਾਪਸ ਹੁਣ ਤੁਸੀਂ ਦੱਸੋ ਕਿੰਨਾ ਕੁ ਐਸਮਾ ਲੱਗ ਗਿਆ ਜੀ? ਹੁਣ ਤੱਕ ਐਸਮਾ ਲੱਗਣਾ ਚਾਹੀਦਾ ਸੀ ਨਾ। ਉਹਨਾਂ ਸਰਕਾਰ ਦੇ ਹੁਕਮ ਮੰਨਣ ਤੋਂ ਇਨਕਾਰ ਕਰਕੇ ਕਈ ਸਰਕਲ ਛੱਡਦੇ ਸੀ, ਨਹੀਂ ਨਾ ਲਾਇਆ। ਉਹ ਵੀ ਡਰੀ ਜਾਂਦੇ, ਇਹ ਵੀ ਡਰੀ ਜਾਂਦੇ। ਉਹ ਪਟਵਾਰੀ ਸਮਝਦੇ ਯਾਰ ਸਾਡੇ ਖਿਲਾਫ ਕਿਤੇ ਵਿਜੀਲੈਂਸ ਨਾ ਪਵਾ ਦੇਣ। ਮੁੱਖ ਮੰਤਰੀ ਸਮਝੀ ਜਾਂਦੇ ਯਾਰ ਸਿਆਪਾ ਨਵਾਂ ਨਾ ਖੜਾ ਹੋ ਜੇ, ਵਿਰੋਧੀ ਪਾਰਟੀਆਂ ਨਾਲ ਚੱਕ ਲੈਣ ਮਾਮਲਾ। ਦੋਵੇਂ ਹੀ ਡਰੇ ਹੋਏ ਆ, ਪਤਾ ਨਹੀਂ ਇਹ ਉਹਦੇ ਹੁੰਦੇ ਹੀ ਕੀ ਆ। ਭਾਸਕਰ ਸਾਹਿਬ ਇਸੇ ਕਰਕੇ ਕਹਿੰਦੇ ਮੈਂ ਵਿਧਾਨ ਪਰਿਸ਼ਦ 'ਚ ਨਹੀਂ ਜਾਣਾ। ਇੰਦਰਪ੍ਰੀਤ ਜੀ, ਵਿਧਾਨ ਪਰਿਸ਼ਦ ਬਣਨ ਲੱਗੀ ਹੈ, ਪਤਾ ਲੱਗਿਆ ਤੁਹਾਨੂੰ ਵੀ। ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਇੱਕ ਦਿਨ ਫੋਨ ਕਰਕੇ ਕਿਹਾ ਸੀ ਇੰਦਰਪ੍ਰੀਤ ਬਣਾਉਣੀ ਆ, ਆਪਣਾ ਬਾਇਓਡਾਟਾ ਭੇਜ ਦਿਓ, ਤੁਹਾਨੂੰ ਪਾਵਾਂਗੇ ਉੱਥੇ। ਉਦਾਂ ਵੀ ਤਾਂ ਗੈਲਰੀਆਂ ਜੀ, ਤੁਸੀਂ ਉੱਥੇ ਬੈਠੇ ਹੁੰਦੇ ਹੋ ਜਦੋਂ ਵਿਧਾਨ ਸਭਾ ਸੱਜਦੀ ਹੈ, ਤੇ ਇਦਾਂ ਵੀ ਬਹਿਣਾ ਹੀ ਆ, ਹੋਰ ਕਰਨਾ ਕੀ ਹੈ। ਕੱਲ ਸਾਡੇ ਸੰਪਾਦਕ ਸਾਹਿਬ ਨੇ ਇੰਟਰਵਿਊ 'ਚ ਕੱਲ ਉਹਨਾਂ ਨੇ ਕੀਤੀ ਹੈ ਕਿ ਇੱਕ ਵਿਧਾਨ ਪਰਿਸ਼ਦ ਜਿਹੜੀ ਹੈਗੀ ਆ ਉਹ ਅਸੀਂ ਦੁਬਾਰਾ ਰਿਵਾਈਵ ਕਰ ਰਹੇ। ਪਹਿਲਾਂ ਵੀ ਸੀ, ਜਿੱਥੇ ਅੱਜ ਕੱਲ ਹਰਿਆਣਾ ਵਿਧਾਨ ਸਭਾ ਲੱਗਦੀ ਹੈ ਉੱਥੇ ਉਹ ਜਿਹੜੀ ਹੈਗੀ ਆ ਉਹ ਵਿਧਾਨ ਪਰਿਸ਼ਦ ਦੀ ਹੋਈ ਜਗ੍ਹਾ ਹੈ। ਸੋ ਜਦੋਂ ਹਰਿਆਣਾ ਅਲੱਗ ਹੋ ਗਿਆ ਤਾਂ ਵਿਧਾਨ ਪਰਿਸ਼ਦ ਵੀ ਖਤਮ ਹੋ ਗਈ ਤੇ ਉਸ ਤੋਂ ਬਾਅਦ ਇਹ ਰਿਵਾਈਵ ਹੋਈ ਨਹੀਂ। ਹੁਣ ਸਵਾਲ ਇਹ ਹੈਗਾ ਕਿ ਵਿਧਾਨ ਪਰਿਸ਼ਦ ਦੀ ਕਿੰਨੀ ਕੁ ਲੋੜ ਹੈ। ਮੁੱਖ ਮੰਤਰੀ ਨੇ ਜਿਹੜਾ ਸਵਾਲ ਦੇ ਜਵਾਬ 'ਚ ਕਿਹਾ ਕਿ ਬਹੁਤ ਸਾਰੇ ਬੁੱਧੀਜੀਵੀ, ਪੱਤਰਕਾਰ, ਵਕੀਲ, ਹੋਰ ਕਈ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਆ ਉਹ ਇਲੈਕਸ਼ਨ ਨਹੀਂ ਲੜ ਸਕਦੇ, ਤਾਂ ਲੇਕਿਨ ਉਹਨਾਂ ਦੀ ਕਾਨੂੰਨ ਬਣਾਉਣ ਦੇ ਵਿੱਚ ਜ਼ਰੂਰਤ ਹੁੰਦੀ ਹੈ ਤੇ ਉਹ ਇੱਥੇ ਲਗਾਏ ਜਾਣੇ ਚਾਹੀਦੇ। ਅਸੀਂ ਰਿਵਾਈਵ ਕਰਾਂਗੇ। ਬਹੁਤ ਇਹ ਸਵਾਲ ਪਹਿਲਾਂ ਇੱਕ ਵਾਰੀ ਬਾਦਲ ਸਾਹਿਬ ਨੂੰ ਵੀ ਪੁੱਛਿਆ ਸੀ ਤੇ ਬਾਦਲ ਸਾਹਿਬ ਨੇ ਤਾਂ ਕਿਹਾ ਸੀ ਵੀ ਇਹ ਫालतू ਦਾ ਖਰਚਾ ਹੈ, ਇਹ ਜ਼ਰੂਰੀ, ਇਹ ਲੋੜ ਨਹੀਂ ਹੈ ਇਹਦੀ ਕਰਨ ਦੀ। ਤਾਂ ਉਹ ਤਾਂ ਖਤਮ ਹੋ ਗਈ ਸੀ ਗੱਲ ਉਦੋਂ। ਪਰ ਹੈ ਵੀ ਹੈ। ਦੇਖੋ ਸਾਡੇ ਕੋਲ ਆਲਰੇਡੀ ਵਿਧਾਨ ਸਭਾ ਹੈ। ਜੇ ਤਾਂ ਅਸੀਂ ਉਸ ਦੀ ਮਰਿਆਦਾ ਪੂਰੀ ਰੱਖੀ ਹੋਈ ਹੈ, ਉਹਦਾ ਪ੍ਰੋਟੋਕੋਲ ਪੂਰਾ ਰੱਖਿਆ ਹੋਇਆ, ਫਿਰ ਤਾਂ ਵਿਧਾਨ ਪਰਿਸ਼ਦ ਬਣਾਉਣ ਦਾ ਵੀ ਫਾਇਦਾ ਹੈ। ਜੇ ਉਹਦਾ ਵੀ ਪੂਰਾ ਨਹੀਂ ਹੋ ਰਿਹਾ ਤਾਂ ਫਿਰ ਵਿਧਾਨ ਪਰਿਸ਼ਦ ਦਾ ਐਡਾ ਖਰਚਾ ਹੋਰ ਕਾਹਦੇ ਵਾਸਤੇ ਖੜਾ ਕਰਨਾ? ਮੇਰਾ ਕਹਿਣ ਤੋਂ ਭਾਵ ਹੈ ਕਿ ਅਸੀਂ ਇਹ ਇੱਕ ਬਹੁਤ ਸਾਲਾਂ ਤੋਂ ਹਰ ਸਾਲ ਇੱਕ ਸਪੀਕਰਾਂ ਦੀ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਸਪੀਕਰ ਤੇ ਸੰਸਦੀ ਕਾਰਜ ਮੰਤਰੀ ਜਾਂਦੇ ਆ। ਹਰ ਸਾਲ ਹੁੰਦੀ ਹੈ, ਕਿਸੇ ਨਾ ਕਿਸੇ ਸਟੇਟ 'ਚ ਹੁੰਦੀ ਹੈ। ਹਰ ਸਾਲ ਹੀ ਇਹ ਤੈਅ ਹੁੰਦਾ ਹੈ ਕਿ 40 ਤੱਕ ਘੱਟੋ ਘੱਟ ਜਿਹੜੀਆਂ ਮੀਟਿੰਗਾਂ ਨੇ ਉਹ ਵਿਧਾਨ ਸਭਾ ਦੀਆਂ ਹੋਇਆ ਹੀ ਕਰਨਗੀਆਂ। ਤੇ ਕਿੱਥੇ ਨੇ ਉਹ ਮੀਟਿੰਗਾਂ? ਮੈਨੂੰ ਤਾਂ ਲੱਗਦਾ ਵੀ ਪਹਿਲਾਂ ਜਿਹੜਾ ਐਵਰੇਜ ਜਿਹੜੀ ਪਿਛਲੀ ਸਰਕਾਰਾਂ 'ਚ ਬਾਲ ਸਾਹਿਬ ਦੀ ਸਰਕਾਰਾਂ 'ਚ 18 ਸੀ, ਉਹ ਕੈਪਟਨ ਸਾਹਿਬ ਦੀ ਸਰਕਾਰ 'ਚ 14 ਰਹਿ ਗਈ। ਇਸ 14 ਤੋਂ ਵੀ ਘਟ ਗਈ ਹੈ। ਮਤਲਬ ਤੁਸੀਂ ਦੇਖੋ ਵੀ ਜਦੋਂ ਅਸੀਂ ਉਹ ਵਾਲਾ ਪ੍ਰੋਟੋਕੋਲ ਹੀ ਪੂਰਾ ਨਹੀਂ ਕਰ ਰਹੇ ਤਾਂ ਅਸੀਂ ਕਹਿ ਰਹੇ ਹਾਂ ਵੀ ਇੱਕ ਵਿਧਾਨ ਪਰਿਸ਼ਦ ਹੋਰ ਖੜੀ ਕਰ ਲਓ। ਇਹ ਮੈਨੂੰ ਲੱਗਦਾ ਕਿ ਸਿਰਫ ਔਰ ਸਿਰਫ ਜਿਹੜਾ ਹੈਗੇ ਪੋਲੀਟੀਕਲ ਬੰਦਿਆਂ ਨੂੰ ਸੈੱਟ ਕਰਨ ਦਾ ਹੈ ਜਾਂ ਆਪਣੇ ਜਿਹੜੇ ਨੇੜਲੇ ਬੰਦੇ ਆ ਉਹਨਾਂ ਨੂੰ ਸੈੱਟ ਕਰਨ ਦਾ ਹੀ ਇੱਕ ਏਜੰਡਾ ਹੋ ਸਕਦਾ। ਇਸ ਤੋਂ ਜ਼ਿਆਦਾ ਕੁਝ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਤੁਸੀਂ ਪਹਿਲਾਂ ਅਸੀਂ ਜਿਵੇਂ ਇਹਨੂੰ ਲਾ ਲਓ, ਸਾਡੇ ਇੰਪਰੂਵਮੈਂਟ ਟਰਸਟ ਬਣੇ ਹੋਏ ਨੇ। ਕੀ ਕੰਮ ਹੈ ਇੰਪਰੂਵਮੈਂਟ ਟਰਸਟਾਂ ਦਾ? ਤੁਸੀਂ ਮੈਨੂੰ ਦੱਸੋ। ਮੈਂ ਇੱਕ ਵਾਰੀ ਪਿੱਛੇ ਜੇ ਜਾਣਕਾਰੀ ਲਿੱਤੀ ਆਪਣੀ ਸਾਰੀ ਟੀਮ ਤੋਂ, ਮੈਂ ਪੁੱਛਿਆ ਵੀ ਪਿਛਲੇ 15 ਸਾਲਾਂ 'ਚ ਕਿਹੜੇ ਇੰਪਰੂਵਮੈਂਟ ਟਰਸਟ ਨੇ ਇੱਕ ਵੀ ਨਵੀਂ ਸਕੀਮ ਆਪਣੀ ਲਾਂਚ ਕੀਤੀ ਹੈ? ਤੁਹਾਨੂੰ ਜਾਣ ਕੇ ਹੈਰਾਨੀ ਹੋਗੀ ਕਿ ਕਿਸੇ ਨੇ ਵੀ ਨਹੀਂ ਕਿਹਾ ਵੀ ਅਸੀਂ ਕੋਈ ਨਵੀਂ ਸਕੀਮ ਲਾਂਚ ਕੀਤੀ ਹੈ। ਤੇ ਜੇ ਲਾਂਚ ਹੀ ਨਹੀਂ ਕੀਤੀ ਤਾਂ ਫਿਰ ਇੰਪਰੂਵਮੈਂਟ ਟਰਸਟ ਕਰ ਕੀ ਰਹੇ ਨੇ? ਇਹਨਾਂ ਦੇ ਜਿਹੜੇ ਚੇਅਰਮੈਨ ਨੇ, ਹੋਰ ਈਓ ਲਗਾ ਰੱਖੇ ਨੇ, ਕਿੰਨਾ ਕੁਝ ਤਾਮਝਾਮ ਹੈ। ਫਿਰ ਇਹ ਗਲਾਡਾ ਗਮਾਡਾ ਵਗੈਰਾ 'ਚ ਮਰਜ ਕਰਕੇ ਖਤਮ ਕਰੋ। ਇਹ ਸਾਰਾ ਕੰਮ ਉਹਨਾਂ ਨੂੰ ਦੇ ਦਿਓ। ਤਾਂ ਇਹ ਸਿਰਫ ਔਰ ਸਿਰਫ ਰੰਧਾਵਾ ਸਾਹਿਬ ਜਿਹੜਾ ਹੈਗਾ ਉਹ ਪੋਲੀਟੀਕਲ ਬੰਦਿਆਂ ਨੂੰ ਸੈੱਟ ਕਰਨ ਦੇ ਇੱਕ ਮਤਲਬ ਸੰਸਥਾਨ ਬਣਾਏ ਹੋਏ ਨੇ। ਪੈਸਾ ਸਰਕਾਰ ਦੇ ਖਜ਼ਾਨੇ 'ਚੋਂ ਜਾਣਾ ਹੈ,
ਬੰਦੇ ਪੋਲੀਟੀਕਲ ਸੈੱਟ ਹੋਣੇ ਹੈ। ਇਸ ਤੋਂ ਜ਼ਿਆਦਾ ਇਸ 'ਚ ਕੁਝ ਵੀ ਨਹੀਂ ਹੈਗਾ ਔਰ ਵਿਧਾਨ ਪਰਿਸ਼ਦ ਵੀ ਲਗਭਗ ਉਸੇ ਤਰ੍ਹਾਂ ਦਾ ਹੀ ਹੋਊਗਾ। ਇਹਦੇ ਉੱਤੇ ਇੱਕ ਭਰਵੀਂ ਬਹਿਸ ਕਰਾਵਾਂਗੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਕਿ ਇਹ ਪਰਿਸ਼ਦ ਹੋਣੀ ਚਾਹੀਦੀ ਕਿ ਨਹੀਂ, ਔਰ ਕੀ ਅਸੀਂ ਹੋਰ ਹੈਲਦੀ ਵਾਤਾਵਰਨ ਬਣਾ ਸਕਦੇ ਹਾਂ, ਡਿਬੇਟਸ ਹੋ ਸਕਦੀਆਂ, ਕਿ ਅਜਲਾਸ ਹੋਰ ਬਿਹਤਰ ਹੋ ਸਕਦੇ ਆ, ਕਿ ਬਹੁਤ ਸਾਰੇ ਨਾਜ਼ੁਕ ਮੁੱਦਿਆਂ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਰਿਕਾਰਡ ਬਣ ਸਕਦੇ ਆ, ਵੱਖ-ਵੱਖ ਐਕਸਪਰਟਸ ਲੈ ਕੇ ਵੱਖ-ਵੱਖ ਖੇਤਰਾਂ ਦੇ ਲੋਕ। ਹਾਲਾਂਕਿ ਪੋਲੀਟੀਕਲ ਬੰਦਿਆਂ ਨੂੰ ਵਾਰਾ ਨਹੀਂ ਖਾਂਦਾ। ਮੁੱਖ ਮੰਤਰੀ ਸਾਹਿਬ ਨੇ ਪਤਾ ਨਹੀਂ ਇਹ ਗੱਲ ਕਿਵੇਂ ਅੱਗੇ ਵਧਾਤੀ ਆ। ਭਾਸਕਰ ਸਾਹਿਬ, ਇਹਦੇ ਉੱਤੇ ਬਹੁਤ ਛੋਟੀ ਟਿੱਪਣੀ, ਪਰ ਨਾਲ ਦੀ ਨਾਲ ਅਗਲਾ ਮੁੱਦਾ ਵੀ ਖੜਾ ਕਰ ਦਿਓ। INDIA ਇੰਡੀਆ ਗੱਠਜੋੜ, ਮਮਤਾ ਉੱਥੇ ਰੌਲਾ ਪੈ ਗਿਆ ਜੀ ਬੰਗਾਲ ਦੇ ਵਿੱਚ, ਇੱਥੇ ਵੀ ਤੇ ਰੌਲਾ ਹੀ ਆ ਵੈਸੇ, ਅਜੇ ਕੋਈ ਗੱਲ ਸਿਰੇ ਨਹੀਂ ਲੱਗ ਰਹੀ। ਬੜੀਆਂ ਸਾਰੀਆਂ ਸਟੇਟਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਇਦਾਂ ਨਾ ਕਰੋ ਬਈ, ਜਿਹੜੀਆਂ ਜਿੱਤਣ ਵਾਲੀਆਂ ਪਾਰਟੀਆਂ ਉਹਨਾਂ ਨੂੰ ਨੁਕਸਾਨ ਨਾ ਕਰੋ, ਆਖੇ ਤੁਸੀਂ ਦੂਜਿਆਂ ਨੂੰ ਉਹਨਾਂ ਦੇ ਮੋਢਿਆਂ ਤੇ ਚੜਾ ਕੇ ਤੇ ਵੱਡੀਆਂ ਨਾ ਕਰੋ, ਉਹਨਾਂ ਨੂੰ ਲੜਨ ਦਿਓ ਜਿਹੜੀਆਂ ਜਿੱਥੇ ਜਿੱਥੇ ਜੇਤੂ ਹੈਗੀਆਂ ਨੇ। ਤੇ ਜੇ ਇਹਦੇ ਵਿੱਚ ਸਭ ਤੋਂ ਵੱਡਾ ਕਸਾਰਾ ਇਹ ਪਤਾ ਲੱਗ ਰਿਹਾ ਕਿ ਕਾਂਗਰਸ ਸਹਿਣ ਨੂੰ ਤਿਆਰ ਵੀ ਹੋ ਰਹੀ ਹੈ, ਉਹ ਵੱਡੇ ਗੱਠਜੋੜ ਲਈ ਛੋਟੀ ਮੋਟੀ ਕੁਰਬਾਨੀ ਕਰਨ ਨੂੰ ਤਿਆਰ ਹੈ। ਪੰਜਾਬ 'ਚ ਪਤਾ ਨਹੀਂ ਹੁਣ ਕਿਹਦੀ ਕੁਰਬਾਨੀ ਹੋਣੀ, ਦੱਸਿਓ ਜ਼ਰਾ। ਦੇਖੋ, ਜਿੱਥੇ ਤੱਕ ਵਿਧਾਨ ਪਰਿਸ਼ਦ ਦੀ ਗੱਲ ਹੈਗੀ ਹੈ, ਇਹ ਜਿਹੜੀ ਸਰਕਾਰ ਬਣੀ ਹੈ ਇਹਨੇ ਆਂਦੇ ਹੀ ਨਾ ਸਭ ਤੋਂ ਪਹਿਲੇ ਤੇ ਪੈਨਸ਼ਨ, ਜਿਹੜੀ ਮਲਟੀਪਲ ਪੈਨਸ਼ਨ ਸੀਗੀ ਵਿਧਾਇਕਾਂ ਦੀ, ਉਹ ਖਤਮ ਕੀਤੀ। ਇੱਕ ਤਰਫੋਂ ਕਹਿੰਦੇ ਆ ਵੀ 7 ਕਰੋੜ 9 ਕਰੋੜ ਦਾ ਫਾਇਦਾ ਹੋ ਗਿਆ, ਪੈਨਸ਼ਨ ਘੱਟ ਕਰਤੀ। ਉਸ ਤੋਂ ਬਾਅਦ ਹੁਣ ਨਵੀਂ ਵਿਧਾਨ ਪਰਿਸ਼ਦ ਵੱਲ ਜਾ ਰਹੇ ਨੇ। ਉਹਦੇ ਤੋਂ ਖਰਚਾ ਵਧਣਾ ਨਹੀਂ, ਉਹਦਾ ਖਰਚਾ ਕੌਣ ਦੇਊਗਾ? ਦਿੱਲੀ ਤੋਂ ਆਊਗਾ ਕਿ ਕਿੱਥੋਂ ਆਊਗਾ ਪਤਾ ਨਹੀਂ। ਚਲੋ, ਇਹ ਤੇ ਗੱਲ ਹਜੇ ਐਂ ਹੀ ਹੈ। ਕਈ ਵਾਰ ਏਦਾਂ ਹੀ ਗੱਲ ਸੁੱਟ ਕੇ ਦੇਖੀ ਜਾਂਦੀ ਹੁੰਦੀ ਹੈ, ਕੋਈ ਅਸਰ ਆਉਂਦਾ ਕਿ ਨਹੀਂ ਆਉਂਦਾ। ਵੱਟਾ ਸੁੱਟ ਕੇ ਦੇਖੋ, ਜੇ ਪਾਣੀ ਦੀ ਡੂੰਘਾਈ ਪਤਾ ਲੱਗ ਜਾਂਦੀ ਹੈ। ਹੁਣ ਇੰਡੀਆ ਦੀ ਗੱਲ ਕਰੀਏ, ਸਟੇਜ ਸਜਿਆ ਹੋਇਆ ਸੀਗਾ 1 ਤਰੀਕ ਨੂੰ, ਉਸ ਦਿਨ ਬੈਠਕ ਹੋਈ, ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ, ਪ੍ਰੈਸ ਕਾਨਫਰੰਸ ਤੋਂ ਬਾਅਦ ਵੱਖ-ਵੱਖ ਲੀਡਰਾਂ ਨੇ ਪ੍ਰੈਸ ਨੂੰ ਵੀ ਸੰਬੋਧਿਤ ਕੀਤਾ ਔਰ ਆਪਣੀ ਆਪਣੀ ਗੱਲ ਅੱਗੇ ਤੋਰੀ। ਮੋਟੇ ਤੌਰ ਤੇ ਇਹ ਗੱਲ ਨਿਕਲ ਕੇ ਆਈ ਕਿ ਨੈਸ਼ਨਲ ਲੈਵਲ ਤੇ ਇਹ ਅਲਾਈਅੰਸ ਹੋਣਾ ਚਾਹੀਦਾ ਹੈ। ਔਰ ਜਦ ਇਹ ਗੱਲ ਮੋਟੇ ਤੌਰ ਤੇ ਆਈ, ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਲੈ ਕੇ ਇੱਕ ਬਹਿਸ ਦੀ ਛਿੜ ਗਈ, ਜਿਹਦੇ ਵਿੱਚੋਂ ਪੰਜਾਬ ਅਹਿਮ ਤੌਰ ਤੇ ਸ਼ਾਮਿਲ ਹੈਗਾ, ਕਿਉਂਕਿ ਇੱਥੇ ਕਾਂਗਰਸ ਦੇ ਲੀਡਰ ਆਲਰੇਡੀ ਵਿਰੋਧ ਕਰ ਰਹੇ ਸੀ ਵੀ ਸਾਡੇ ਇੱਥੇ ਨਾ ਕਰੋ ਅਲਾਈਅੰਸ, ਬਾਕੀ ਤੁਸੀਂ ਇੰਡੀਆ ਦੇ ਵਿੱਚ ਇੱਥੇ ਮਰਜ਼ੀ ਕਰੀ ਜਾਓ। ਔਰ ਉਹੀ ਗੱਲ ਸ਼ਾਇਦ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੇ ਸੁਪਰੀਮੋ ਜੀ ਨੂੰ ਕਹਿਤੀ ਹੈ ਇਹਦੀ ਕੰਸੋਲ। ਜਿਸ ਤਰ੍ਹਾਂ ਰੰਧਾਵਾ ਜੀ ਤੁਸੀਂ ਦੱਸਿਆ ਵੀ ਸਾਨੂੰ ਵੀ ਹੈਗੀ ਹੈ ਕਿ ਆਪਾਂ ਅਗਰ ਇਕੱਲੇ ਇਲੈਕਸ਼ਨ ਲੜੀਏ ਨਾ ਪੰਜਾਬ ਦੇ ਵਿੱਚ, ਜ਼ਿਆਦਾ ਸੀਟਾਂ ਜਿੱਤ ਸਕਦੇ ਹਾਂ। ਇਹਨਾਂ ਸਾਰੀ ਗੱਲਾਂ ਦੇ ਉੱਤੇ ਗੱਲ ਹੁਣ ਪੂਰੀ ਅੱਗੇ ਤੁਰ ਰਹੀ ਹੈ। ਔਰ ਸ਼ਿਵ ਸੈਨਾ ਦੇ ਉद्धਵ ਠਾਕਰੇ ਉਹਨਾਂ ਨੇ ਤੇ ਆਪਣੇ ਸਾਹਮਣਾ ਨਿਊਜ਼ਪੇਪਰ ਤੇ ਲਿਖ ਲਿਆ ਕਿ ਵੀ ਜਿਹੜਾ ਅਲਾਈਅੰਸ ਕਰਨਾ ਹੈ ਜਾਂ ਜਿਹੜਾ ਸਾਡੂ ਏਜੰਡਾ ਬਣਾਉਣਾ ਹੈ, ਉਹ ਛੇਤੀ ਤੋਂ ਛੇਤੀ ਤੇ ਵਧੀਆ ਤੋਂ ਵਧੀਆ ਤਰੀਕੇ ਨਾਲ ਕਰੀਏ। ਸਾਨੂੰ ਢੁਕਵੇਂ ਤਰੀਕੇ ਨਾਲ ਆਪਣਾ ਏਜੰਡਾ ਅੱਗੇ ਲੈ ਕੇ ਜਾਣਾ ਪਏਗਾ, ਤਾਂ ਹੀ ਐਨਡੀਏ ਨੂੰ ਅਸੀਂ ਮਾਤ ਦੇ ਸਕਦੇ ਹਾਂ। ਤ੍ਰਿਣਮੂਲ ਕਾਂਗਰਸ, ਉਹਦੇ ਨਾਲ ਅਧੀਰ ਰੰਜਨ ਚੌਧਰੀ ਉਹਨਾਂ, ਜਿਨ੍ਹਾਂ ਨੂੰ ਨਵੀਂ ਵਨ ਇੰਡੀਆ ਵਨ ਪੋਲ ਦੇ ਵਿੱਚ ਇੱਕ ਮੈਂਬਰ ਵੀ ਬਣਾਇਆ, ਉਹ ਅੱਗੇ ਇਹਦਾ ਵਿਰੋਧ ਕਰ ਚੁੱਕੇ ਨੇ ਕਿ ਨਹੀਂ ਉੱਥੇ ਨਹੀਂ। ਚਲੋ, ਹੁਣ ਗੱਲ ਤੁਰੀ ਹੈ 1 ਮਹੀਨੇ ਦੇ ਵਿੱਚ ਕੇਜਰੀਵਾਲ ਤੇ ਕਹਿੰਦੇ ਪੂਰੇ ਦੇਸ਼ ਵਿੱਚ ਕਰਾਂਗੇ। ਇੱਥੋਂ ਜੇ 3-4 ਸੀਟਾਂ ਆਪਾਂ ਕਾਂਗਰਸ ਨੂੰ ਦੇ ਵੀ ਦਿੰਦੇ ਆ ਤੇ ਅਸੀਂ ਗੇਨ ਕਰ ਦਾਂਗੇ ਰਾਜਸਥਾਨ, ਮੱਧ ਪ੍ਰਦੇਸ਼ ਜਾਂ ਛੱਤੀਸਗੜ੍ਹ ਦੇ ਵਿੱਚ। ਇਹ ਗੱਲਾਂ ਹਜੇ ਤੁਰੀਆਂ, ਹਜੇ ਕਿਸੇ ਐਂਡ ਤੇ ਨਹੀਂ ਪਹੁੰਚੀ। ਹਾਂ, ਪਰ ਕੱਲ ਇੱਕ ਇੰਪੋਰਟੈਂਟ ਗੱਲ ਹੋਰ ਹੋਈ ਹੈ। ਇੰਡੀਆ ਦੇ ਨਾਲ ਨਾਲ ਵਨ ਨੇਸ਼ਨ ਵਨ ਪੋਲ ਦੀ ਗੱਲ ਨਾ ਕਰੀਏ ਤਾਂ ਉਹ ਵੀ ਨਹੀਂ ਚੰਗਾ। ਰਾਮਨਾਥ ਕੋਵਿੰਦ ਉਹਨਾਂ ਨੂੰ ਇਸ ਕਮੇਟੀ ਦਾ ਅਧਿਕਸ਼ ਬਣਾਉਣ ਤੋਂ ਬਾਅਦ ਹੁਣ ਕਮੇਟੀ ਦੇ ਸਦੱਸਿਆ ਵੀ ਬਣਾਤੇ ਨੇ। ਹਾਲਾਂਕਿ ਜਿਹੜੇ ਮੈਂਬਰ ਬਣਾਏ ਨੇ ਉਹਨਾਂ ਵਿੱਚੋਂ ਅਮਿਤ ਸ਼ਾਹ ਉਹਨਾਂ ਜਿਹੜੇ ਯੂਨੀਅਨ ਹੋਮ ਮਿਨਿਸਟਰ ਨੇ ਉਹ ਨੇ, ਅਧੀਰ ਰੰਜਨ ਚੌਧਰੀ ਜਿਹੜੇ ਲੀਡਰ ਆਫ ਆਪੋਜੀਸ਼ਨ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਨੇ, ਉਹਨਾਂ ਨੂੰ ਵੀ ਮੈਂਬਰ ਬਣਾਇਆ। ਗੁਲਾਮ ਨਬੀ ਆਜ਼ਾਦ ਜਿਹੜੇ ਕਾਂਗਰਸ ਛੱਡ ਕੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਆਪਣੀ ਵੱਖਰੀ ਪਾਰਟੀ ਬਣਾ ਕੇ ਬੈਠੇ ਹੋਏ ਨੇ। NK ਸਿੰਘ 50 ਜਿਹੜਾ 15ਵੇਂ ਫਾਈਨੈਂਸ ਕਮਿਸ਼ਨ ਦੇ ਚੇਅਰਮੈਨ ਸੀਗੇ। ਸੁਭਾਸ਼ ਕਸ਼ਯਪ ਫਾਰਮਰ ਲੋਕ ਸਭਾ ਸੈਕਟਰੀ। ਹਰੀਸ਼ ਸਾਲਵੇ ਸੀਨੀਅਰ ਐਡਵੋਕੇਟ ਹੈਗੇ ਨੇ। ਸੰਜੇ ਕੋਠਾਰੀ CVC ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਫਾਰਮਰ ਚੇਅਰਮੈਨ। ਇਹਨਾਂ ਨੂੰ ਇਸ ਕਮੇਟੀ ਦਾ ਸਦੱਸਿਆ ਬਣਾਇਆ। ਅਧੀਰ ਰੰਜਨ ਚੌਧਰੀ ਉਹਨਾਂ ਨੇ ਕਿਹਾ ਨਹੀਂ, ਸਾਡੇ ਵੱਡਿਆਂ ਨੂੰ ਮਾਨ ਸਨਮਾਨ ਨਹੀਂ ਮਿਲਿਆ, ਯਾਨੀ ਖੜਗੇ ਸਾਹਿਬ ਨੂੰ ਬਣਾਉਂਦੇ ਮੈਂਬਰ ਤੇ ਗੱਲ ਸੀਗੀ, ਮੈਂ ਨਹੀਂ ਬਣਨਾ ਚਾਹੁੰਦਾ ਇਹਦਾ ਮੰਦਰ, ਕਿਉਂਕਿ ਇਹ ਸਿਰਫ ਆਈ ਵਾਸ਼ ਹੈ। ਹੁਣ ਇਹ ਆਈ ਵਾਸ਼ 18 ਤਰੀਕ ਤੋਂ ਪਹਿਲੇ, ਯਾਨੀ ਜਿਸ ਦਿਨ ਇਹ ਸਪੈਸ਼ਲ ਸੈਸ਼ਨ ਦੀ ਸ਼ੁਰੂਆਤ ਹੋਣੀ ਹੈ, ਕੋਈ ਰਿਪੋਰਟ ਦੇਗੀ ਔਰ ਪੂਰੇ ਦੇਸ਼ ਦੇ ਵਿੱਚ ਇਸ ਮੁੱਦੇ ਦੇ ਉੱਤੇ ਕਿੱਦਾਂ ਕੰਸੈਂਸਸ ਬਣਾਉਣੀ ਹੈ, ਕਿਹੜੀ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਕਰਨੀ ਹੈ, ਇਹ ਸਾਰੀ ਗੱਲਾਂ ਦੇ ਉੱਤੇ ਆਪਣੀ ਇੱਕ ਰਿਪੋਰਟ ਕਦੋਂ ਤੱਕ ਦਿੰਦੀ ਹੈ, ਇਹ ਡਿਪੈਂਡ ਕਰਦਾ ਹੈ 18 ਤੇ 22 ਤਰੀਕ ਦੇ ਸੈਸ਼ਨ ਤੋਂ ਪਹਿਲੇ। ਯਾਨੀ ਉਸ ਦੇ ਵਿੱਚ ਅਗਰ ਕੋਈ ਬਿੱਲ ਪੇਸ਼ ਕਰਨਾ ਹੋਏਗਾ ਤੇ ਇਸ ਕਮੇਟੀ ਦੀ ਰਿਪੋਰਟ ਉਸ ਤੋਂ ਪਹਿਲਾਂ ਸਬਮਿਟ ਹੋਣੀ ਬਹੁਤ ਜ਼ਰੂਰੀ। ਇੰਦਰਪ੍ਰੀਤ ਜੀ, 2 ਮਾਮਲੇ ਤੁਹਾਨੂੰ ਮੈਂ ਐਡਰੈਸ ਕਰਨ ਲਈ ਇਹਦੇ 'ਚ ਜ਼ਰੂਰ ਕਹੂੰਗਾ। ਇੱਕ ਤਾਂ ਪੱਛਮੀ ਬੰਗਾਲ ਦੇ ਵਿੱਚ ਇਸ ਗੱਠਜੋੜ ਨੂੰ ਲੈ ਕੇ
ਮਮਤਾ ਬੈਨਰਜੀ ਦੀ ਨਾਰਾਜ਼ਗੀ ਸਾਫ਼ ਦਿਸ ਰਹੀ ਹੈ ਕਿ ਤੁਸੀਂ ਕਾਮਰੇਡਾਂ ਨੂੰ ਇੰਨੀ ਤਵੱਜੋ ਕਿਉਂ ਦੇ ਰਹੇ ਹੋ ਇਸ ਗੱਠਜੋੜ ਦੇ ਵਿੱਚ। ਸ਼ਾਇਦ ਉਹਨਾਂ ਦਾ ਇਹ ਮੰਨਣਾ ਕਿ ਇਹਨਾਂ ਦਾ ਪੱਛਮੀ ਬੰਗਾਲ 'ਚ ਹੈ ਕੀ ਹੈ, ਮੈਂ ਤਾਂ ਖੂੰਜੇ ਲਾਤੇ। ਕਹਿਣਾ ਤੇ ਕਾਂਗਰਸ ਨੂੰ ਵੀ ਚਾਹੁੰਦੇ ਵੀ ਤੁਹਾਡਾ ਵੀ ਮੈਂ ਕੱਖ ਨਹੀਂ ਛੱਡਿਆ, ਪਰ ਖੈਰ ਉਹ ਇੱਜ਼ਤ ਮਾਨ ਜੀ ਨਾਲ ਕਾਂਗਰਸ ਨਾਲ ਗੱਲ ਕਰ ਰਹੇ ਆ। ਦੂਜੇ ਬੰਨੇ ਚਲੋ ਕਾਮਰੇਡ ਕੇਰਲ ਦੇ ਵਿੱਚ ਅਜੇ ਥੋੜੇ ਬਹੁਤੇ ਰੈਲੇਵੈਂਟ ਹੈਗੇ ਆ। ਤੇ ਦੂਜਾ ਜਿਹੜਾ ਹੈਗਾ ਮਾਮਲਾ ਕਿ ਅਧੀਰ ਰੰਜਨ ਚੌਧਰੀ ਪਿਛਾਂ ਪਰਤਾਏ ਨੇ, ਤਾਂ ਮਤਲਬ ਕਾਂਗਰਸ ਉਹਦੇ ਵਿੱਚ ਨਹੀਂ ਰਹਿਣਾ ਚਾਹੁੰਦੀ। ਮੁੱਢਲੇ ਤੌਰ ਦੇ ਉੱਤੇ ਵਿਰੋਧੀ ਧਿਰਾਂ ਚੋਂ ਸਿਰਫ ਗੁਲਾਮ ਨਬੀ ਆਜ਼ਾਦ ਹੀ ਦਿਸਦੇ ਨੇ, ਉਹ ਵੀ ਬੜੀ ਚਿਰ ਦੀ ਪ੍ਰਧਾਨ ਮੰਤਰੀ ਸਾਹਿਬ ਦੀ ਪੈੜ 'ਚ ਪੈ ਰੱਖੀ ਬੈਠੇ ਨੇ। ਕੀ ਕਹਿੰਦੇ? ਬਿਲਕੁਲ ਰੰਧਾਵਾ ਸਾਹਿਬ, ਦੇਖੋ ਜੇ ਤਾਂ ਆਪਾਂ ਇਹਦੀ ਗੱਲ ਕਰੀਏ, ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਵੀ ਇਹ ਸਭ ਜਗ੍ਹਾ ਤੇ ਪ੍ਰੋਬਲਮ ਆਣੀ ਹੈ, ਪੰਜਾਬ 'ਚ ਵੀ ਹੈਗੀ ਹੈ, ਪਰ ਚਲੋ ਸ਼ੁਰੂਆਤ ਬੰਗਾਲ ਤੋਂ ਹੋ ਗਈ ਹੈ। ਬੰਗਾਲ ਦੇ ਵਿੱਚ ਮਮਤਾ ਬੈਨਰਜੀ ਔਰ ਕਾਮਰੇਡਾਂ ਦੀ ਬਿਲਕੁਲ ਵੀ ਆਪਸ 'ਚ ਨਹੀਂ ਬਣਦੀ। ਤੁਸੀਂ ਆਪਾਂ ਦੇਖਿਆ ਹੀ ਹੈ ਕਿ ਸੜਕਾਂ ਦੇ ਉੱਤੇ ਲੜਾਈਆਂ ਚੱਲਦੀਆਂ ਇਹਨਾਂ ਦੀਆਂ ਤਾਂ। ਪਰ ਹੁਣ ਪਿੱਛੇ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਹੋਈਆਂ ਨੇ ਉਹਦੇ ਵਿੱਚ ਕਾਫੀ ਹਿੱਸਾ, ਵੱਡਾ ਹਿੱਸਾ ਜਿਹੜਾ ਹੈਗਾ ਉਹ ਬੀਜੇਪੀ ਵੀ ਲੈ ਗਈ ਹੈ। 42 ਸੀਟਾਂ ਚੋਂ 18 ਸੀਟਾਂ ਉਹਨਾਂ ਕੋਲੇ ਨੇ ਇਸ ਟਾਈਮ, ਤੇ 2 ਸੀਟਾਂ ਜਿਹੜੀਆਂ ਨੇ ਉਹ ਕਾਂਗਰਸੀਆਂ ਕੋਲੇ ਨੇ, ਔਰ 22 ਸੀਟਾਂ ਜਿਹੜੀਆਂ ਨੇ ਉਹ ਇਸ ਟਾਈਮ ਮਮਤਾ ਬੈਨਰਜੀ ਕੋਲੇ ਹੈਗੀਆਂ। ਸੋ ਵਾਮਪੰਥੀ ਤਾਂ ਬਿਲਕੁਲ ਵੀ ਕਿਤੇ ਨਹੀਂ ਹੈਗੇ। ਇਸ ਤੋਂ ਪਿਛਲੇ ਇਲੈਕਸ਼ਨ 2014 ਵਾਲੇ 'ਚ ਵੀ ਵਾਮਪੰਥੀਆਂ ਦੇ ਹਿੱਸੇ ਕੁਝ ਨਹੀਂ ਆਏ ਸੀ, ਉਦੋਂ ਤਾਂ ਤਕਰੀਬਨ ਸਾਰਾ ਹੀ ਜਿਹੜਾ ਹੈਗਾ ਉਹ ਮਮਤਾ ਬੈਨਰਜੀ ਸਾਰੀਆਂ ਸੀਟਾਂ ਤਕਰੀਬਨ ਲੈ ਗਏ ਸੀ। ਹੁਣ ਉਸ ਸਥਿਤੀ ਦੇ ਵਿੱਚ ਕੋਈ ਚਾਹੇ ਉਹ ਰੀਜਨਲ ਪਾਰਟੀ ਹੀ ਹੈ ਔਰ ਸੱਤਾ ਰੂੜ ਹੈ, ਉਹ ਕਿਵੇਂ ਚਾਹੇਗੀ ਕਿ ਵਾਮਪੰਥੀਆਂ ਨੂੰ ਤੁਸੀਂ ਸੀਟਾਂ ਦਿਓ ਜਾਂ ਕੁਝ। ਦੇਖੋ ਕੁਝ ਹਿੱਸਾ ਦੇਣਾ ਕਿ ਬਹੁਤ ਹਿੱਸਾ ਦੇਣਾ, ਇੱਕ ਤਾਂ ਹਿੱਸੇ ਦੀ ਗੱਲ ਹੋਏਗੀ, ਉਹ ਨਹੀਂ ਚੱਲੇਗੀ ਮੇਰਾ ਖਿਆਲ ਹੈ ਜਿੱਥੇ ਤੱਕ ਮੈਨੂੰ ਲੱਗਦਾ ਹੈ। ਇਹੀ ਸੇਮ ਸਿਚੁਏਸ਼ਨ ਪੰਜਾਬ ਦੇ ਵਿੱਚ ਵੀ ਆਉ। ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਹ ਕਹਿ ਸਕਦੀ ਹੈ ਵੀ ਉਹਨਾਂ ਕੋਲ 92 ਜਿਹੜੇ ਹੈਗੇ ਆ ਵਿਧਾਇਕ ਹੈਗੇ ਆ, ਪਰ ਨਾਲ ਦੀ ਨਾਲ ਕਾਂਗਰਸ ਕਹਿ ਰਿਹਾ ਸਕਦੀ ਹੈ ਵੀ ਸਾਡੇ ਕੋਲ 8 ਮੈਂਬਰ ਪਾਰਲੀਮੈਂਟ ਨੇ। ਚਲੋ ਇੱਕ ਅਸੀਂ ਛੱਡ ਦਿੰਦੇ ਹਾਂ ਹੁਣ ਜਿਹੜਾ ਆਮ ਆਦਮੀ ਪਾਰਟੀ ਨੇ ਜਿੱਤ ਲਿਆ, 7 ਤਾਂ ਅਜੇ ਵੀ ਹੈਗੇ ਨੇ। ਤਾਂ ਕਿਹਦੇ ਕੋਲ ਕੇਕ ਜ਼ਿਆਦਾ ਵੱਡਾ ਆਊਗਾ, ਇਸ ਦੀ ਹਿੱਸੇਦਾਰੀ ਤਾਂ ਰਹੂਗੀ। ਔਰ ਫਿਰ ਕਿਹੜਾ ਹਿੱਸਾ ਇਹ ਵੀ ਨਾਲ ਰਹੂਗਾ ਵੀ ਕਿਹੜੀ ਸੀਟ ਜਿਹੜੀ ਹੈ ਉਹ। ਹੁਣ ਸਪੋਜ਼ ਕਰੋ ਅਸੀਂ ਅਨੰਦਪੁਰ ਸਾਹਿਬ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ, ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਔਰ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਕੰਗ ਉੱਥੇ ਲਗਾਤਾਰ ਸੰਪਰਕ 'ਚ ਨੇ ਲੋਕਾਂ ਦੇ, ਉਹ ਲੱਗੇ ਹੋਏ ਨੇ ਕਿ ਮੈਂ ਇਹ ਸੀਟ ਇੱਥੋਂ ਲੜਨੀ ਹੈ, ਆਪਣੇ ਆਪ ਨੂੰ ਕੈਂਡੀਡੇਟ ਦੇ ਤੌਰ ਤੇ ਉਹ ਪੇਸ਼ ਕਰ ਰਹੇ। ਜੇ ਮੰਨ ਲਓ ਹੁਣ ਇਹ ਸੀਟ ਦੇ ਉੱਤੇ ਦਾਵਾ ਕਿਹਦਾ ਰਹੂਗਾ ਕਿ ਜਿਹੜਾ ਪ੍ਰੈਜ਼ੈਂਟ ਉੱਥੇ ਮੈਂਬਰ ਪਾਰਲੀਮੈਂਟ ਹੈ ਉਸ ਪਾਰਟੀ ਕੋਲੇ ਜਾਊਗਾ ਜਾਂ ਨਵਾਂ ਉੱਥੇ ਦੇਖਿਆ ਜਾਊਗਾ। ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੀ ਪਟਿਆਲਾ ਦੇ ਵਿੱਚ ਚਲੋ ਦਿੱਕਤ ਕਾਂਗਰਸ ਲਈ ਵੀ ਹੈਗੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਮਹਾਰਾਜਾ ਪਰਿਵਾਰ ਸੀਗਾ, ਕੈਪਟਨ ਪਰਿਵਾਰ ਸੀ, ਉਹ ਤਾਂ ਸਾਰਾ ਹੁਣ ਬੀਜੇਪੀ 'ਚ ਸ਼ਾਮਲ ਹੋ ਗਿਆ। ਉਹ ਸਪੇਸ ਖਾਲੀ ਹੋ ਗਈ ਹੈ, ਉਹ ਵੀ ਕਾਫੀ ਸਪੇਸ ਲੈ ਜਾਣਗੇ ਉਧਰ। ਤਾਂ ਹੁਣ ਕੀ ਬਰਸਟ ਸਾਹਿਬ ਨੂੰ ਸੀਟ ਦਿੱਤੀ ਜਾਏਗੀ, ਬਲਤੇਜ ਪੰਨੂ ਸਾਹਿਬ ਜਿਹੜੇ ਉਹ ਵੀ ਕਾਫੀ ਚਿਰ ਤੋਂ ਹੱਥ ਪੈਰ ਮਾਰ ਰਹੇ ਨੇ, ਉਹਨਾਂ ਨੂੰ ਉਹ ਸੀਟ ਮਿਲੇਗੀ, ਜਾਂ ਆਮ ਆਦਮੀ ਪਾਰਟੀ ਕਾਂਗਰਸ ਆਪਣਾ ਕੋਈ ਵੱਡਾ ਕੈਂਡੀਡੇਟ ਉੱਤੇ ਖੜਾ ਕਰੇਗੀ? ਇਹ ਸਵਾਲ ਰਹੂਗਾ। ਇਸ ਤਰ੍ਹਾਂ ਦੇ ਬਾਕੀ ਸੀਟਾਂ ਦੇ ਵੀ ਰਹਿਣਗੇ। ਸੋ ਜਿੱਥੇ ਤੱਕ ਮੈਨੂੰ ਲੱਗ ਰਿਹਾ ਹੈ ਕਿ ਹਜੇ ਤੱਕ ਤਾਂ ਪਹਿਲਾਂ ਇਹ ਤੈਅ ਕਰਨਾ ਪਊਗਾ ਵੀ ਜਿੱਥੇ ਦੋਨੋਂ ਪਾਰਟੀਆਂ ਬਰਾਬਰ ਦੀਆਂ ਧਿਰ ਨੇ, ਬਰਾਬਰ ਦੀਆਂ ਮਜ਼ਬੂਤ ਨੇ, ਉੱਥੇ ਕੀ ਅੱਧੀਆਂ ਲੜੀਆਂ ਜਾਣਗੀਆਂ ਜਾਂ ਵੱਧ ਕੇ ਕਿਤੇ। ਪੰਜਾਬ ਦੇ ਵਿੱਚ ਜਿਹੜੀਆਂ ਸੀਟਾਂ ਨੇ ਨਾ ਉਹ ਕਹਿਣ ਨੂੰ 13 ਨੇ, ਲੇਕਿਨ ਜਦੋਂ ਉਹ ਚੰਡੀਗੜ੍ਹ ਵੀ ਸ਼ਾਮਿਲ ਕਰਦੇ ਆ ਤਾਂ ਜਿਹੜੇ ਗੱਠਜੋੜ ਨੇ ਉਹ 14 ਸੀਟਾਂ ਤੇ ਕਰਦੇ ਆ, ਤਾਂ ਕਿ ਜੇ ਕਿਸੇ ਨੇ ਅੱਧਾ ਕਰਨਾ ਤਾਂ 7-7 ਵੀ ਕੀਤੀਆਂ ਜਾ ਸਕਦੀਆਂ, ਪਰ ਅਦਰਵਾਈਜ਼ 7-6 8-5 ਇਸ ਤਰ੍ਹਾਂ ਦੀ ਸੀਟਾਂ 'ਚ ਵੰਡ ਹੁੰਦੀ ਹੈ। ਸੋ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਵੰਡ ਕਿਸ ਤਰ੍ਹਾਂ ਦੀ ਹੋਊਗੀ, ਇਹ ਬਹੁਤ ਇੰਟਰਸਟਿੰਗ ਹੋਊਗਾ। ਬਹੁਤ ਲੋਕਾਂ ਨੂੰ ਆਪਣੇ ਜਿਹੜੇ ਹਿੱਤ ਨੇ ਉਹ ਤਿਆਗਣੇ ਵੀ ਪੈਣੇ ਆ। ਜੇ ਮਤਲਬ ਜਿਵੇਂ ਅੱਜ ਹੀ ਇੰਟਰਵਿਊ ਦੇ ਵਿੱਚ ਮੈਂ ਭਗਵੰਤ ਮਾਨ ਹੋਰਾਂ ਦਾ ਪੜ੍ਹ ਰਿਹਾ ਸੀ, ਉਹਨਾਂ ਨੇ ਕਿਹਾ ਵੀ ਇੰਡੀਆ ਦੇ ਵਿੱਚ ਤੁਸੀਂ ਇਕੱਲੇ ਕਾਂਗਰਸ ਨੂੰ ਦੇਖ ਕੇ ਨਾ ਚੱਲੋ, ਇੰਡੀਆ ਇੱਕ ਵੱਡਾ ਸਮੂਹ ਹੈ ਜਿਹਦੇ ਵਿੱਚ ਸਮਾਜਵਾਦੀ ਪਾਰਟੀ ਵੀ ਹੈ, ਕਾਮਰੇਡ ਵੀ ਨੇ, ਮਮਤਾ ਬੈਨਰਜੀ ਵੱਲ ਵੀ ਸਾਰੀਆਂ ਪਾਰਟੀਆਂ ਨੇ। ਅਸੀਂ ਇੱਕ ਸਮੂਹ ਦੇ ਤੌਰ ਤੇ ਦੇਖੀਏ, ਨਾ ਕਿ ਉਹਨੂੰ ਕਾਂਗਰਸ ਦੇ ਤੌਰ ਤੇ ਦੇਖੀਏ। ਜੀ 7 ਸੀਟਾਂ ਹੋਣਗੀਆਂ ਜੀ। 7 ਆਮ ਆਦਮੀ ਪਾਰਟੀ ਪੰਜਾਬ ਚੋਂ ਲੜੂਗੀ, 6 ਕਾਂਗਰਸ ਲੜੂਗੀ ਔਰ 1 ਸੀਟ ਕਾਂਗਰਸ ਚੰਡੀਗੜ੍ਹ ਵਾਲੀ ਲੜੂਗੀ। 7 ਤੇ ਸਹਿਮਤੀ ਬਣੂਗੀ ਤੇ ਇਹਦੇ ਇਵਜ ਵਿੱਚ ਜਿਹੜੀਆਂ ਬਾਕੀ ਸੂਬਿਆਂ ਦੇ ਵਿੱਚੋਂ ਕਾਂਗਰਸ ਇਹਨਾਂ ਲਈ ਛੱਡੂਗੀ। ਇੰਜ ਹੋਊਗਾ। ਹੁਣ ਵੇਖਣ ਵਾਲੀ ਗੱਲ ਆ ਕਿ ਇਹ ਨਤੀਜੇ ਕੀ ਹੁੰਦੇ ਆ। ਇਸ ਤਰ੍ਹਾਂ ਦੀ ਫਾਈਟ ਵਿੱਚ ਜਦੋਂ ਰਲ ਕੇ ਲੜਿਆ ਜਾਊਗਾ
ਕੀ ਅਕਾਲੀ ਦਲ ਨੂੰ ਇਹਦਾ ਫਾਇਦਾ ਹੋਣ ਵਾਲਾ ਕਿ ਨਹੀਂ। ਇਹ ਵੱਡੀਆਂ ਬਹਿਸਾਂ ਦਾ ਹਿੱਸਾ ਚੱਲਦੀਆਂ ਰਹਿਣਗੀਆਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।